ਤੁਹਾਡਾ ਆਪਣਾ ਅਵੇਅਰਨੈਸ ਨੂੰ ਲੈ ਕੇ ਫੇਵਰੇਟ ਪ੍ਰੋਗਰਾਮ ਦੇਸ਼ ਪ੍ਰਦੇਸ਼ ਮੈਂ ਰਣਵੀਰ ਸਿੰਘ ਦੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਦੇ ਇਸ ਸ਼ੋਅ ਦੇ ਵਿੱਚ ਮੇਰੇ ਨਾਲ ਨੇ ਸੁਖਚੈਨ ਰਾਹੀ ਜੀ ESS ਵੱਲੋਂ ਜੋ ਕਿ ਗੱਲ ਕਰਨਗੇ ਤਿੰਨ ਦੇਸ਼ਾਂ ਦੇ ਸਟੂਡੈਂਟ ਵੀਜ਼ਾ ਦੇ ਜਿਹੜੀ ਐਜੂਕੇਸ਼ਨ ਪਾਲਿਸੀ ਇਸ ਵਕਤ ਜਾਂ ਬੱਚਿਆਂ ਨੂੰ ਇੱਕ ਅਵੇਅਰਨੈਸ ਅਗਲੇ ਇਨਟੇਕ ਦੇ ਵਿੱਚ ਜਿਹੜੀਆਂ ਗਾਈਡਲਾਈਨਸ ਨੇ ਕ੍ਰਾਈਟੇਰੀਆ ਐਡਮਿਸ਼ਨ ਦਾ ਉਹਦੇ ਬਾਰੇ ਚਾਨਣਾ ਪਾਉਣਗੇ। ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ तीन टॉपिक होंगे। नंबर इस करके फ्लैश किए जा रहे हैं ताकि विद्यार्थी ਨੂੰ ਮੇਰੇ ਜਿਹੜੇ ਪੁੱਛੇ ਗਏ ਸਵਾਲ ਨੇ ਜਾਂ ਰਾਹੀ ਜੀ ਜਿਹੜੇ ਜਵਾਬ ਨੇ ਉਹਨਾਂ ਤੋਂ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ, ਵਧੇਰੇ ਕੋਈ ਜਾਣਕਾਰੀ ਲੈਣੀ ਹੈ, ਇਸ ਕਰਕੇ ਨੰਬਰ ਫਲੈਸ਼ ਕੀਤੇ ਜਾਂਦੇ ਨੇ। ਅਵੇਅਰਨੈਸ ਨੂੰ ਲੈ ਕੇ ਇਹ ਸ਼ੋਅ ਹਰ ਰੋਜ਼ 8:30 ਤੋਂ 9 ਤੇ ਅਗਲੇ ਦਿਨ 4:45 ਤੋਂ 5:15 ਵਜੇ ਤੱਕ ਜਿਹੜਾ ਹੈਗਾ ਇਸ ਚੜ੍ਹਦੀ ਕਲਾ ਟਾਈਮ TV ਦੇ ਇਸ ਮੰਚ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਅਸੀਂ ਇੱਕ ਵਾਰੀ ਫਿਰ ਇਨਫੋਰਮੇਸ਼ਨ ਦੇ ਦਈਏ ਕਿ ਅਵੇਅਰਨੈਸ ਨੂੰ ਲੈ ਕੇ ਇਹ ਸ਼ੋਅ ਹੈਗਾ। ਕੋਈ ਐਮਫੈਸਿਸ ਜਾਂ ਕੋਈ ਕੰਪਲਸਰੀ ਨਹੀਂ ਕਿ ਤੁਸੀਂ ਸਾਡੇ ਐਕਸਪਰਟਸ ਕੋਲੋਂ ਜਿਹੜੀ ਹੈਗੀ ਹੈ ਫਾਈਲ ਲਗਾਉਣੀ ਹੈ। ਸਾਡੇ ਐਕਸਪਰਟਸ ਕੋਲੋਂ ਫ੍ਰੀ ਆਫ ਕਾਸਟ ਇੱਕ ਅਸੈਸਮੈਂਟ ਕਰਵਾ ਸਕਦੇ ਹੋ, ਇੱਕ ਜੱਜਮੈਂਟ ਕਰਵਾ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਹੈਗੀ ਹੈ ਐਕਸਪਲੋਇਟੇਸ਼ਨ ਜਿਹੜੀ ਹੈ ਨਾ ਹੋ ਸਕੇ। ਰਾਹੀ ਜੀ ਸਵਾਗਤ ਹੈ। थैंक यू जी। सत श्री अकाल। देश प्रदेश देख रहे सारे दर्शकों को एक बार फिर मेरे वालों प्यार भरी सत श्री अकाल जी। ਸਿੱਧਾ ਆਸਟ੍ਰੇਲੀਆ ਤੇ ਆਉਣਾ ਚਾਹੂੰਗਾ। ਇਸ ਵਕਤ ਜਿਹੜਾ ਹੈਗਾ ਰਿਜ਼ਲਟਸ ਦੀ ਕੀ ਰੇਸ਼ੋ ਆ ਰਹੀ ਹੈ? ਰਿਫਿਊਜ਼ਲਸ ਨੇ ਕਾਫੀ ਵੱਡੇ ਪੱਧਰ ਤੇ ਜਾਂ ਸਕਸੈਸ ਰੇਟ ਅੱਜ ਵੀ ਉਵੇਂ ਹੀ ਹੈ? ਨਹੀਂ, ਸਕਸੈਸ ਰੇਟ ਤਾਂ ਭਾਜੀ ਕਾਫੀ ਵਧੀਆ ਚੱਲ ਰਿਹਾ। ਜੇ ਮੈਂ ਗੱਲ ਕਰਾਂਗਾ ਪਹਿਲਾਂ ਸਕਸੈਸ ਰੇਟ 100% ਸੀਗਾ, ਹੁਣ ਸਕਸੈਸ ਰੇਟ ਘਟ ਕੇ ਲਗਭਗ 90 ਤੋਂ 92% ਰਹਿ ਗਿਆ। ਜਿਹੜਾ 8-10% ਸਕਸੈਸ ਰੇਟ ਉਹ ਇਸ ਕਰਕੇ ਘਟ ਰਿਹਾ ਜਿਹੜੇ ਲੋਕ ਹੁਣ SVP ਤੋਂ ਛੱਡ ਕੇ ਨੌਨ SVP 'ਚ ਫਾਈਲਾਂ ਲਗਾ ਰਹੇ ਨੇ ਜਾਂ ਕੋਰਸ ਵਾਲੇ ਪਾਸੇ ਧਿਆਨ ਨਹੀਂ ਦੇ ਪਾਉਂਦੇ ਜਾਂ ਜਿਹੜੇ ਬੱਚੇ ਇੰਟਰਵਿਊ ਦੇ ਵਿੱਚ ਨਹੀਂ ਕਲੀਅਰ ਕਰ ਪਾਉਂਦੇ, ਇਹ ਦੱਸ ਹੀ ਨਹੀਂ ਪਾਉਂਦੇ ਕਿ ਮੈਂ ਜਿਹੜਾ ਕੋਰਸ ਲਿਆ ਉਹ ਕੋਰਸ ਦੇ ਮੈਨੂੰ ਅੱਗੇ ਬੈਨੀਫਿਟਸ ਕੀ ਹੋਣਗੇ ਜਾਂ ਉਸ ਕੋਰਸ ਨੂੰ ਲੈ ਕੇ ਮੈਂ ਆਪ ਕਿੰਨੀ ਕੁ ਜ਼ਿਆਦਾ ਰਿਸਰਚ ਕੀਤੀ ਹੈ ਕਿ ਸਿਰਫ ਕਿਸੇ ਕੰਸਲਟੈਂਟ ਦੇ ਕਹਿਣ ਤੇ ਹੀ ਮੈਂ ਕੋਰਸ ਸਿਲੈਕਟ ਕੀਤਾ ਗਿਆ ਕਿਉਂਕਿ ਉਸ ਯੂਨੀਵਰਸਿਟੀ 'ਚ ਹੋਰ ਕੋਈ ਕੋਰਸ ਅਵੇਲੇਬਲ ਨਹੀਂ ਸੀਗਾ। ਸੋ ਜਦੋਂ ਬੱਚਾ ਕਿਸੇ ਆਪਣੀ ਇੰਟਰਵਿਊ ਦੇ ਵਿੱਚ ਵੀਜ਼ਾ ਅਫਸਰ ਨੂੰ ਇਸ ਚੀਜ਼ ਨੂੰ ਲੈ ਕੇ ਸਰਟੀਫਾਈ ਕਰ ਦਿੰਦਾ ਕਿ ਜਿਹੜਾ ਕੋਰਸ ਮੈਂ ਲਿਆ ਗਿਆ ਇਹ ਮੇਰੇ ਆਪਣਾ ਪਸੰਦੀਦਾ ਕੋਰਸ ਹੈ, ਇਸ ਕੋਰਸ 'ਤੇ ਮੈਨੂੰ ਅੱਗੇ ਜਾ ਕੇ ਆਹ ਵਾਲੀ ਪੜ੍ਹਾਈ ਦੇ ਬੈਨੀਫਿਟਸ ਮਿਲਣਗੇ, ਇਹ ਕੋਰਸ ਇੰਡੀਆ ਵਿੱਚ ਇਸ ਕਰਕੇ ਅਵੇਲੇਬਲ ਨਹੀਂ ਸੀਗਾ ਜਾਂ ਇੰਡੀਆ ਛੱਡ ਕੇ ਮੈਂ ਆਸਟ੍ਰੇਲੀਆ ਵਿੱਚ ਯੂਨੀਵਰਸਿਟੀ 'ਚ ਪੜ੍ਹਨ ਜਾ ਰਿਹਾ, ਕਿਉਂ ਜਾ ਰਿਹਾ ਮੈਂ, ਜਦ ਇਹਨਾਂ ਚੀਜ਼ਾਂ ਦਾ ਜਵਾਬ ਬੜੇ ਸਿੱਧੇ ਤਰੀਕੇ ਨਾਲ ਵੀਜ਼ਾ ਅਫਸਰ ਨੂੰ ਜਾਂ ਜਿਹੜਾ ਇੰਟਰਵਿਊ ਲੈਂਦਾ ਉਹਨੂੰ ਦਿੱਤਾ ਜਾਂਦਾ ਤਾਂ ਵੀਜ਼ਾ ਅਫਸਰ ਨੂੰ ਵੀਜ਼ਾ ਦਿੰਦਾ। ਪਰ ਜਦੋਂ ਵੀਜ਼ਾ ਅਫਸਰ ਨੂੰ ਇਸ ਚੀਜ਼ ਤੋਂ ਸ਼ੱਕ ਹੋਣ ਲੱਗਦਾ ਜਾਂ ਗੱਲਾਂ 'ਚ ਉਹਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਬੱਚੇ ਨੂੰ ਆਪ ਤਾਂ ਕੋਰਸ ਬਾਰੇ ਕੁਝ ਜ਼ਿਆਦਾ ਇਨਫੋਰਮੇਸ਼ਨ ਨਹੀਂ ਆ ਜਾਂ ਯੂਨੀਵਰਸਿਟੀ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਜਾਂ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਬਾਰੇ ਜ਼ਿਆਦਾ ਕੁਝ ਨਹੀਂ ਪਤਾ, ਇਹ ਸਿਰਫ ਵੀਜ਼ਾ ਲੈਣ ਦੇ ਲਈ ਜਾਂ ਕੰਸਲਟੈਂਟ ਦਾ ਜੋ ਪਾਠ ਪੜਾਇਆ ਗਿਆ ਉਹੀ ਰੱਟ ਰਿਹਾ ਜਾਂ ਉਹੀ ਬੋਲ ਰਿਹਾ ਤਾਂ ਆਫ ਕੋਰਸ ਉਹਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਦੂਜੀ ਚੀਜ਼ ਆਪਾਂ ਸੰਧੂ ਭਾਈ ਤੋਂ ਯਾਦ ਹੋਏਗਾ ਆਪਾਂ ਪਿਛਲੇ ਮੰਚ ਤੋਂ ਵੀ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਕੰਸਲਟੈਂਟ ਬੱਚੇ ਨੂੰ 573 ਕਹਿ ਕੇ ਜਾਂ SVP ਕਹਿ ਕੇ ਉਹਦਾ ਡਿਪਲੋਮੇ ਵਿੱਚ ਵੀਜ਼ਾ ਅਪਲਾਈ ਕਰ ਰਹੇ ਨੇ। ਇਹ ਲਾਲਚ ਦੇ ਕੇ ਕਿ ਫੀਸਾਂ ਘੱਟ ਹੈ, ਜਿਹੜੇ ਲੋਕ SVP ਦਾ ਜ਼ਿਆਦਾ ਮਤਲਬ ਪ੍ਰਮੋਟ ਕਰ ਰਹੇ ਨੇ ਉਹ ਸਿਰਫ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਆ ਰਿਹਾ ਯੂਨੀਵਰਸਿਟੀ ਦਾ ਤਾਂ ਕਰਕੇ ਕਰ ਰਹੇ ਨੇ। ਬਟ ਉਹ ਕੰਸਲਟੈਂਟ ਬੱਚੇ ਨੂੰ ਇਹ ਨਹੀਂ ਦੱਸਦੇ ਕਿ ਯਾਰ ਮੇਰੇ ਕੋਲ ਇਹ ਯੂਨੀਵਰਸਿਟੀ ਸਿੱਧੀ ਹੈਗੀ ਨਹੀਂ, ਮੇਰੇ ਕੋਲ ਇਹਦਾ ਐਗਰੀਮੈਂਟ ਹੀ ਨਹੀਂ ਹੈਗਾ, ਇਸ ਕਰਕੇ ਮੈਂ ਤੁਹਾਨੂੰ ਯੂਨੀਵਰਸਿਟੀ ਨਹੀਂ ਪਾ ਰਿਹਾ, ਇਸ ਕਰਕੇ ਮੈਂ ਆਪਣੀ ਮਜਬੂਰੀ ਵਾਸਤੇ ਨੂੰ ਕਿਸੇ ਪ੍ਰਾਈਵੇਟ ਕਾਲਜ ਧੱਕ ਰਿਹਾ। ਇਹ ਬੱਚਾ ਕਿਵੇਂ ਜੱਜ ਕਰੂਗਾ ਕਿ ਹਾਂ ਇੱਕ ESS ਦੀ ਮੈਂ ਐਗਜ਼ਾਮਪਲ ਲੈਣਾ ਕਿ ESS ਦਾ ਡਾਇਰੈਕਟ ਟਾਈ ਅਪ ਹੈ ਕਿਸੇ ਯੂਨੀਵਰਸਿਟੀ ਨਾਲ ਕਾਲਜ ਨਾਲ, ਉੱਥੋਂ ਆਫਰ ਲੈਟਰ ਆ ਗਈ ਹੈ, ਕੀ ਆਫਰ ਲੈਟਰ ਦੇ ਉੱਪਰ ਕੰਸਲਟੈਂਟਸ ਦਾ ਨਾਮ ਹੁੰਦਾ? ਬਿਲਕੁਲ ਜੀ। ਜਦੋਂ ਤੁਸੀਂ ਕੋਈ ਏਜੰਟ ਕੋਈ ਕੰਸਲਟੈਂਟ ਜਿਹੜਾ ਰਜਿਸਟਰਡ ਕੰਸਲਟੈਂਟ ਹੈਗਾ ਜਾਂ ਡਾਇਰੈਕਟ ਉਹਦਾ ਯੂਨੀਵਰਸਿਟੀ ਨਾਲ ਟਾਈ ਅਪ ਹੈਗਾ ਜਾਂ ਮਤਲਬ ਐਗਰੀਮੈਂਟ ਹੈਗਾ, ਜਦੋਂ ਦੀ ਆਫਰ ਲੈਟਰ ਆਉਂਦੀ ਹੈ ਬੱਚੇ ਦੇ ਨਾਮ ਦੇ ਥੱਲੇ ਕੇਅਰ ਆਫ ਉਹਦਾ ਕੰਸਲਟੈਂਟ ਦਾ ਨਾਮ ਲਿਖਿਆ ਹੁੰਦਾ। ਯਾਨੀ ਕਿ ਜੇ ਕਿਸੇ ਹੋਰ ਕੰਸਲਟੈਂਟ ਦਾ ਮੈਨੂੰ ਉਹਨੇ ਫਾਈਲ ਅੱਗੇ ਫੜਾਈ ਹੈ, ਫਾਈਲ ਅੱਗੇ ਕਿਸੇ 1000 ਦੀ 50 ਕੁੰਡੀ ਮੰਨ ਲਏ ਕਿਸੇ ਹੋਰ ਨੂੰ ਫੜਾਈ ਹੈ। ਚਲੋ ਮੈਂ ਇੱਥੇ ਇਸ ਚੀਜ਼ ਨੂੰ ਜ਼ਿਆਦਾ ਵੀ ਐਮਫਸਾਈਜ਼ ਜ਼ੋਰ ਨਹੀਂ ਪਾਉਂਦਾ, ਬੱਚਾ ਇਹ ਦੇਖੇ ਕਿ ਜਿਹੜੀਆਂ 42 ਯੂਨੀਵਰਸਿਟੀਆਂ ਦੀ ਲਿਸਟ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਆਪਣੀ SVP ਦੇ ਵਿੱਚ ਰੱਖੀ ਹੈ ਕਿ ਜਿਹੜੇ ਯੂਨੀਵਰਸਿਟੀ ਚੋਂ ਜਾ ਰਿਹਾ ਕਿ ਉਸ ਯੂਨੀਵਰਸਿਟੀ ਦਾ ਨਾਮ ਉਸ ਲਿਸਟ ਵਿੱਚ ਹੈਗਾ, ਤੁਸੀਂ ਜਿਸ ਕੰਸਲਟੈਂਟ ਕੋ ਅਪਲਾਈ ਕਰ ਰਹੇ ਹੋ ਕਿ ਉਸ ਕੰਸਲਟੈਂਟ ਦਾ ਆਪਣਾ ਪਿਛਲਾ ਤਜਰਬਾ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਕਿਸ ਤਰ੍ਹਾਂ ਦਾ, ਕਿ ਉਹ ਆਪ ਕਦੀ ਆਸਟ੍ਰੇਲੀਆ ਗਿਆ ਜਾਂ ਕਦੀ ਮਤਲਬ ਉਹਨੇ ਆਸਟ੍ਰੇਲੀਆ ਦੇ ਵੀਜ਼ਿਆਂ ਬਾਰੇ ਉਸ ਚੀਜ਼ ਨੂੰ ਲੈ ਕੇ ਕਿੰਨੀ ਜ਼ਿਆਦਾ ਰਿਸਰਚ ਕੀਤੀ ਹੈ। ਅਗਰ ਮੈਂ ਆਪਣੀ ESS ਦੀ ਗੱਲ ਕਰਾਂ ਤੁਹਾਨੂੰ ਸ਼ਾਇਦ ਯਾਦ ਹੋਏਗਾ ਆਪਾਂ ਲਗਭਗ 8-9 ਮਹੀਨੇ ਪਹਿਲਾਂ ਪੁਰਾਣੀ ਗੱਲ ਕਰੀਏ ਜਦੋਂ ਆਪਾਂ ਦੱਸਿਆ ਸੀਗਾ ਕਿ ਹੁਣ ਤੁਸੀਂ ਵੇਖਿਓ ਭਾਜੀ TV 'ਚ ਇਸ਼ਤਿਹਾਰ ਲੱਗਣੇ ਸ਼ੁਰੂ ਹੋ ਐਡ ਹੋਣੀ ਸ਼ੁਰੂ ਹੋ ਜਾਣੀਆਂ, ਅਖਬਾਰਾਂ 'ਚ ਵੀ ਐਡ ਲੱਗਣੀ ਸ਼ੁਰੂ ਹੋ ਜਾਣੀ ਜੀ, ਵੀਜ਼ੇ ਖੁੱਲ ਗਏ, ਦਰਵਾਜ਼ੇ ਖੁੱਲ ਗਏ, ਜੀ ਹੋ ਗਿਆ ਉਹ ਗਿਆ। ਅੱਜ ਹਰ ਕੋਈ ਕੰਸਲਟੈਂਟ ਪਤਾ ਨਹੀਂ ਕਿਉਂ ਇਸ ਚੀਜ਼ ਨੂੰ ਲੈ ਕੇ ਮਤਲਬ ਆਪਣੇ ਆਪ ਨੂੰ ਜ਼ਿਆਦਾ ਵਧੀਆ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਪਾਂ ਖੈਰ ਅੱਜ ਤੋਂ ਬਾਅਦ ਇਸ ਟੌਪਿਕ ਮੰਚ ਤੇ ਇਹ ਕਦੇ ਨਹੀਂ ਕਰਾਂਗੇ ਆਪਾਂ ਬੈਸਟ ਹੈਗੇ ਨਾ ਦੀ ਮੈਨੂੰ ਪੁੱਛੋ ਨਾ ਆਪਾਂ ਇਸੇ ਜਵਾਬ ਦੇਵਾਂਗੇ। ਇਹ ਬੱਚਾ ਡਿਸਾਈਡ ਕਰੇ ਕੌਣ ਬੈਸਟ ਆ, ਕੌਣ ਵਧੀਆ, ਕੌਣ ਨਹੀਂ। ਬੱਚੇ ਦੇ ਆਪਣੇ ਅੰਦਰ ਪਤਾ ਹੋਣਾ ਚਾਹੀਦਾ ਕਿ ਕਿਹੜਾ ਕੰਸਲਟੈਂਟ ਮੈਨੂੰ ਅੱਗੇ ਪੋਸਟ ਲੈਂਡਿੰਗ ਸਰਵਿਸ ਦੇ ਰਿਹਾ। ਆਪਾਂ ਪੋਸਟ ਲੈਂਡਿੰਗ ਗੱਲ ਕਰਦੇ ਹਾਂ, ਜਿਵੇਂ ਕਿ ਸਾਡਾ ਹੁਣ ਐਗਰੀਮੈਂਟ ਉੱਥੇ ਸੀਲਿੰਗ ਕੰਪਨੀ ਨਾਲ ਹੋ ਚੁੱਕਾ ਹੋਇਆ ਵਾ, ਉੱਥੇ ਬੱਚੇ ਨੂੰ ਕੋਈ 에ਅਰਪੋਰਟ ਦੀ ਤੋਂ ਕੋਈ ਲੈਣ ਅੱਗੋਂ ਨਹੀਂ ਆਇਆ, ਉਹਨੂੰ 에ਅਰਪੋਰਟ ਪਿਕਅਪ ਦਿੱਤੀ ਜਾਏਗੀ, ਉਹਦਾ ਕੋਈ ਆਪਣਾ ਭੈਣ ਭਰਾ ਸਾਖ ਸੰਬੰਧੀ ਨਹੀਂ ਹੈਗਾ ਜਾਂ ਉਹ ਉਸ ਯੂਨੀਵਰਸਿਟੀ 'ਚ ਗਿਆ। ESS ਨੇ ਸਾਰੇ ਦੇਸ਼ਾਂ 'ਚ ਕੀਤਾ ਜਿਹੜੇ ਸੈਮੀਨਾਰ 'ਚ ਆਏ ਸੀਗੇ ਜਾਂ ਸਿਰਫ ਆਸਟ੍ਰੇਲੀਆ? ਨਹੀਂ, UK 'ਚ ਆਪਣਾ ਟਾਈ ਅਪ ਪਹਿਲਾਂ ਸੀਗਾ, ਸਾਡਾ ਆਪਣੇ ਆਫਿਸ ਸੀਗੇ, ਹੁਣ ਸਿਰਫ ਹਾਲੇ ਫਿਲਹਾਲ ਆਸਟ੍ਰੇਲੀਆ। ਆਉਣ ਵਾਲੇ ਕੁਝ ਚਿਰ ਦੇ ਵਿੱਚ ਆਪਾਂ ਕੈਨੇਡਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਵੀ ਸਰਵਿਸ ਦੇਣੀ ਸ਼ੁਰੂ ਕਰ ਦੇਵਾਂਗੇ, ਬਟ ਫਿਲਹਾਲ ਸਿਰਫ ਆਸਟ੍ਰੇਲੀਆ ਵਿੱਚ ਅਸੀਂ ਬੱਚੇ ਨੂੰ ਪੋਸਟ ਲੈਂਡਿੰਗ ਸਰਵਿਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਬੱਚੇ ਕੋ
ਅਕਮੋਡੇਸ਼ਨ ਨਹੀਂ ਹੈ, ਜਾਂ ਜਦੋਂ ਰਿਸ਼ਤੇਦਾਰ ਦੂਰ ਰਹਿੰਦੇ ਨੇ, ਜਾਂ ਉੱਥੇ ਜਾ ਕੇ ਉਹਨੇ ਆਪਣਾ ਬੈਂਕ ਅਕਾਊਂਟ ਖੋਲ੍ਹਣਾ, ਮਤਲਬ ਹਰ ਇੱਕ ਤਰ੍ਹਾਂ ਦੀ ਉਹ ਸਰਵਿਸ। ਜਦੋਂ ਕੋਈ ਬੱਚਾ ਨਵਾਂ ਜੰਮਦਾ ਤਾਂ ਉਹਨੂੰ ਕੁਛ ਦੁਨੀਆ ਬਾਰੇ ਨਹੀਂ ਪਤਾ ਹੁੰਦਾ, ਉਹਨੂੰ ਉਹਦੀ ਮਾਂ ਪਿਓ ਜੋ ਹੌਲੀ ਹੌਲੀ ਕਰਕੇ 6 ਮਹੀਨੇ ਸਾਲ 2 ਸਾਲ ਬਾਅਦ ਸਿਖਾਉਂਦੇ ਆ, ਜਾਂ ਜਦੋਂ ਕੋਈ ਬੱਚਾ ਪਹਿਲੀ ਵਾਰ ਸਕੂਲ 'ਚ ਜਾਂਦਾ 2 ਜਾਂ 3 ਸਾਲ ਦਾ ਬੱਚਾ, ਜੋ ਉਹਦਾ ਟੀਚਰ ਸਿਖਾਉਂਦਾ ਬੱਚਾ ਉਹੀ ਸਿੱਖਦਾ। ਸੋ ਉਸੇ ਤਰ੍ਹਾਂ ਜਦੋਂ ਕੋਈ ਬੱਚਾ ਨਵੇਂ ਦੇਸ਼ ਵਿੱਚ ਪਹੁੰਚਦਾ ਹੈ ਤਾਂ ਉੱਥੇ ਵੀ ਬਿਲਕੁਲ ਉਹ ਨਵੇਂ ਬੱਚੇ ਜਿਵੇਂ ਬਰਾਬਰ ਹੀ ਹੁੰਦਾ, ਕਿਉਂਕਿ ਜਿਹੜਾ ਬੱਚਾ ਇੱਕ ਉੱਥੇ ਨਵੇਂ ਦੇਸ਼ ਪਹੁੰਚਦਾ, ਸਿਰਫ ਨਵੇਂ ਬੱਚੇ ਜੰਮੇ ਨਾਲੋਂ ਔਰ ਉੱਥੇ ਪਹੁੰਚੇ ਨਾਲੋਂ ਫਰਕ ਸਿਰਫ ਇਹ ਹੈ ਕਿ ਉਹ ਬੋਲ ਸਕਦਾ, ਬੱਚਾ ਦਾ ਛੋਟਾ ਜੰਮਿਆ ਹੁੰਦਾ ਬੋਲ ਨਹੀਂ ਸਕਦਾ, ਬਟ ਉੱਥੇ ਫਿਰ ਬੋਲ ਵੀ ਨਹੀਂ ਸਕਦਾ ਕਿਉਂ? ਅੰਗਰੇਜ਼ੀ ਚ ਹੱਥ ਤੰਗ ਹੁੰਦਾ। ਬਿਲਕੁਲ ਮੇਰੇ ਗੱਲ ਤੇ ਜਵਾਬ ਦੇ ਦਿੱਤਾ। ਬਟ ਉਸ ਬੱਚੇ ਨੂੰ ਉੱਥੇ ਜਾ ਕੇ ਹਰ ਇੱਕ ਤਰ੍ਹਾਂ ਦੀ ਨਿੱਕੀ ਨਿੱਕੀ ਸਰਵਿਸ, ਚਾਹੇ ਉਹਨੇ ਅਕਾਊਂਟ ਖੁਲਾਉਣਾ, ਚਾਹੇ ਉਹਨੇ ਆਪਣਾ ਬੱਸ ਪਾਸ ਬਣਾਉਣਾ ਜਾਂ ਟ੍ਰੇਨ ਪਾਸ ਬਣਾਉਣਾ, ਕਿਸੇ ਵੀ ਤਰ੍ਹਾਂ ਦੀ ਨਿੱਕੀ ਨਿੱਕੀ ਸਮੱਸਿਆ ਦਾ ਹੱਲ ਹੁਣ ਐਕਸਪ੍ਰੈਸ ਨੇ ਸ਼ੁਰੂ ਕਰ ਦਿੱਤਾ ਹੈ। ਬੱਚੇ ਨੂੰ ਪੋਸਟ ਲੈਂਡਿੰਗ ਸਰਵਿਸ ਦਿੱਤੀਆਂ ਜਾਣਗੀਆਂ। ਸੋ ਤੁਸੀਂ ਇਹ ਚੀਜ਼ ਵੇਖੋ ਕਿ ਮੇਰਾ ਸਿਰਫ ਵੀਜ਼ਾ ਲੱਗਣ ਤੱਕ ਹੀ ਮਤਲਬ ਨਹੀਂ, ਵੀਜ਼ੇ ਖੈਰ ਭਾਜੀ ਲੱਗ ਜਾਣਗੇ। ਵੀਜ਼ੇ ਦੇ ਹੁਣ ਐਸਵੀਪੀ 'ਚ ਕੋਈ ਸਮੱਸਿਆ ਨਹੀਂ ਗੀ, ਜਿਹੜੇ ਬੱਚੇ ਦੀ ਪੜ੍ਹਾਈ 'ਚ ਗੈਪ ਨਹੀਂ ਹੈ, 5.5 ਬੈਂਡ ਹੈ, ਯੂਨੀਵਰਸਿਟੀ 'ਚ ਐਡਮਿਸ਼ਨ ਲੈ ਰਿਹਾ, ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਵਧੀਆ, 90 ਤੋਂ 95% ਸਕਸੈਸ ਰੇਟ ਅੱਜ ਵੀ ਹੈਗਾ। ਬਟ ਇਹ ਦੇਖੋ ਕਿ ਵੀਜ਼ਾ ਲੱਗਣ ਤੋਂ ਬਾਅਦ ਅੱਗੇ ਕੀ, ਸਿਰਫ ਵੀਜ਼ਾ ਲੱਗਣਾ, ਕੈਰੀਅਰ ਪਲਾਨਿੰਗ ਕੀ ਕਰਨੀ ਹੈ, ਕੈਰੀਅਰ ਪਲਾਨਿੰਗ ਹੈ ਸਾਰਾ ਕੁਝ। ਜਿਹੜੀ ਮੈਂ ਯੂਨੀਵਰਸਿਟੀ ਜਾ ਰਿਹਾ, ਉਸ ਯੂਨੀਵਰਸਿਟੀ 'ਚ ਮੈਨੂੰ ਕੀ ਸਰਵਿਸ ਮਿਲ ਰਹੀਆਂ, ਉਹ ਅਸੀਂ ਬੱਚੇ ਨੂੰ ਇੱਥੋਂ ਦੱਸ ਕੇ ਭੇਜਦੇ ਹਾਂ। ਪੜ੍ਹਾਈ ਤੋਂ ਬਾਅਦ ਅੱਗੇ ਉਹਨੇ ਵਰਕ ਪਰਮਿਟ ਕਿਵੇਂ ਅਪਲਾਈ ਕਰਨਾ, ਜਾਂ ਪੀਆਰ ਲਈ ਕਿਵੇਂ ਅਪਲਾਈ ਕਰਨਾ, ਜਾਂ ਕਿੰਨਾ ਚੀਜ਼ਾਂ ਨੂੰ ਖਿਆਲ 'ਚ ਰੱਖੇ ਤਾਂ ਕਿ ਉਹਨੂੰ ਪੀਆਰ ਨੂੰ ਲੈ ਕੇ ਕੋਈ ਸਮੱਸਿਆ ਨਾ ਆਵੇ। ਹੁਣ ਤੋਂ ਪਲਾਨਿੰਗ ਸ਼ੁਰੂ ਹੋਈ। ਪੋਸਟ ਲਰਨਿੰਗ ਦੀ ਸਰਵਿਸ ਦੀ ਵੀ ਗੱਲ ਕਰਾਂਗੇ ਕਿ ਵਿਦਿਆਰਥੀਆਂ ਨੂੰ ਕੀ ਪ੍ਰੋਬਲਮਸ ਆਸਟ੍ਰੇਲੀਆ 'ਚ ਆਉਂਦੀਆਂ ਨੇ, ਇਹ ਵੀ ਇੱਕ ਸਾਡਾ ਪਾਰਟ ਹੈ ਦੇਸ਼ ਪ੍ਰਦੇਸ਼ ਲਾਈਵ ਦਾ। ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਕਿ ਵੀਜ਼ੇ ਵੇਲੇ ਕੀ ਔਕੜ ਆਉਂਦੇ ਨੇ। ਸਭ ਤੋਂ ਪਹਿਲਾ ਸਵਾਲ ਬੱਚੇ ਦਾ ਹੁੰਦਾ ਕਿ ਐਲੀ ਲੱਗੇਗੀ ਨਹੀਂ ਲੱਗੇਗੀ। ਐਲੀ ਨੂੰ ਇੱਕ ਹਊਆ ਬਣਾਇਆ ਗਿਆ। ਤੁਸੀਂ ਐਲੀ ਦੀ ਡੈਫੀਨੇਸ਼ਨ ਕੀ ਗਿਣਦੇ ਹੋ? ਇੱਕ ਐਕਸਪੀਰੀਅੰਸ ਕੀ ਹੈ? ਕਿਉਂਕਿ ਤੁਸੀਂ ਯੂਕੇ ਦੇ ਵਿੱਚ ਬਹੁਤ ਸਾਰੇ ਐਸੇ ਬੱਚੇ ਭੇਜੇ ਸੀਗੇ ਜਿਹੜੇ ਜਾ ਕੇ ਪਹਿਲਾਂ ਫਾਊਂਡੇਸ਼ਨ ਇੰਗਲਿਸ਼ ਕਰਦੇ ਸੀਗੇ, ਜਿਹੜੇ ਇੱਥੋਂ ਤਿਆਰੀ ਕਰਕੇ ਜਾਂਦੇ ਨੇ ਆਇਲਸ ਦੀ ਤੇ ਉੱਥੇ ਜਾ ਕੇ ਕਰਦੇ ਨੇ। ਕੀ ਡਿਫਰੈਂਸ ਕੀ ਨਿਕਲਦਾ? ਕਿਉਂਕਿ 1 ਲੱਖ 1.5 ਲੱਖ ਰੁਪਏ ਵਿਦਿਆਰਥੀ ਨੇ ਫालतू ਖਰਚਣਾ ਹੁੰਦਾ, ਕੀ ਉਸ ਚੀਜ਼ ਦੀ ਵਰਥ ਹੈ? ਨਹੀਂ ਭਾਜੀ ਦੇਖੋ, ਜਿਹੜੇ ਬੱਚੇ ਦੇ ਇੱਥੋਂ 6.5 ਬੈਂਡ ਓਵਰਆਲ ਹੈ, ਕੋਈ ਮਾਸਟਰ ਲਈ ਅਪਲਾਈ ਕਰ ਰਿਹਾ 6 ਈਚ ਹੈ, ਜਾਂ ਕਿਸੇ ਬੱਚੇ ਨੇ 12ਵੀਂ ਤੋਂ ਬਾਅਦ ਡਿਗਰੀ ਅਪਲਾਈ ਕਰਨਾ ਉਹਦੇ 6 ਓਵਰਆਲ, ਉਹ 5.5 ਈਚ ਹੈ, ਤਾਂ ਉਹਨੂੰ ਵਿਦਆਊਟ ਐਲੀ ਡਾਇਰੈਕਟ ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਜਾਏਗੀ। ਬਟ ਕੋਈ ਬੱਚਾ 1 ਵਾਰ 2 ਵਾਰ 3 ਵਾਰ ਪੇਪਰ ਦੇ ਚੁੱਕਾ, ਬਟ ਉਹਦੇ ਹਰੇਕ ਮੋਡਿਊਲ 'ਚੋਂ 5.5 ਨਹੀਂ ਆਉਂਦੇ, ਓਵਰਆਲ ਮੰਨ ਲਓ 6.5 ਆ ਗਏ, ਕਿਸੇ 'ਚੋਂ 5 ਵੀ ਰਹਿ ਜਾਂਦਾ। ਸੋ ਉਹ ਬੱਚਾ ਸੋਚਦਾ ਯਾਰ ਹੁਣ 3 ਵਾਰ 4 ਪੇਪਰ ਦੇ ਚੁੱਕਾ ਭਾਜੀ, ਮੈਂ ਹੁਣ ਦੁਬਾਰਾ ਪੇਪਰ ਨਹੀਂ ਦੇਣਾ, ਮੈਂ ਫੈਡ ਅਪ ਹੋ ਚੁੱਕਾ, ਮੈਨੂੰ ਵੀਜ਼ਾ ਲਵਾ ਕੇ ਭੇਜ ਦਿਓ, ਮੈਂ ਉੱਥੇ ਜਾ ਕੇ ਐਲੀ ਕੋਰਸ ਕਰ ਲਾਂਗਾ। ਉੱਥੇ ਐਲੀ ਕਰ ਲਓ, ਇੱਥੇ ਆਇਲਸ ਕਰ ਲਓ, ਮਤਲਬ ਇੱਕ ਹੀ ਹੈ, ਕੰਨ ਸਿੱਧਾ ਨਹੀਂ ਫੜਨਾ, ਪੁੱਠਾ ਫੜ ਲਓ, ਮਤਲਬ ਉਹਨੇ ਰਹੇਗਾ। ਬਟ ਫਰਕ ਕੀ ਹੈ ਕਿ ਤੁਸੀਂ ਇੱਥੇ ਉਹ ਆਇਲਸ ਦਾ ਕੋਰਸ 9 ਜਾਂ 10,000 ਚ ਕਰ ਲੈਣਾ, ਉੱਥੇ ਜਾ ਕੇ ਤੁਹਾਨੂੰ ਉਹੀ 2.5 ਤੋਂ 3,000 ਜਾਂ 4,000 ਡਾਲਰ ਚ ਕਰਨਾ ਪੈਣਾ, ਪਲੱਸ 3 ਤੋਂ 4 ਲੱਖ ਰੁਪਏ ਜਾਂਦਾ ਜ਼ਿਆਦਾ। ਸੋ ਇਹ ਚੀਜ਼ਾਂ ਦੇਖੋ, ਜੇ ਪੈਸੇ ਬਚਾਉਣਾ ਚਾਹੁੰਦੇ ਹੋ ਤੇ ਇੱਥੇ ਆਇਲਸ ਕਰਕੇ ਜਾਓ, ਪਰ ਜੇ ਸੋਚਦੇ ਹੋ ਕਿ ਯਾਰ ਮੈਂ ਇੱਥੇ ਟਾਈਮ ਲੰਘਾ ਰਿਹਾ, ਜੇ ਮੈਂ ਦੁਬਾਰਾ ਫਿਰ ਗੈਪ ਪੈ ਸਕਦੀ ਹੈ ਬੱਚੇ ਦਾ, ਮੈਂ ਉਸੇ ਗੱਲ ਕਰਕੇ ਉੱਥੇ ਆ ਰਿਹਾ ਵਾ। ਕਿ ਕਈ ਵਾਰ ਕੀ ਹੁੰਦਾ ਕਿ 3 ਵਾਰ 4 ਪੇਪਰ ਦੇਣ ਦੇ ਬਾਵਜੂਦ ਉਹਦੇ ਈਚ ਮੋਡਿਊਲ 5.5 ਨਹੀਂ ਹੁੰਦੇ, ਉਹ ਬੱਚਾ ਸੋਚਦਾ ਯਾਰ ਮੇਰੀ ਪੜ੍ਹਾਈ 'ਚ 6 ਮਹੀਨੇ ਦਾ ਗੈਪ ਹੋ ਗਿਆ, 6 ਮਹੀਨੇ ਹੋਰ ਲੱਗ ਗਏ ਤੇ ਮੈਨੂੰ ਐਡਮਿਸ਼ਨ ਨਹੀਂ ਮਿਲਣੀ। ਸੋ ਉਹਨਾਂ ਬੱਚਿਆਂ ਦੇ ਲਈ ਇਹ ਫਿਰ ਉਹਨਾਂ ਨੂੰ ਕੋੜਾ ਘੁੱਟ ਭਰਨਾ ਜ਼ਰੂਰ ਪਏਗਾ ਕਿ ਚੱਲ ਗੈਪ ਮੈਂ ਬਚਾ ਲਾਂਗਾ, ਮੇਰੀ ਐਡਮਿਸ਼ਨ ਹੋ ਜਾਏਗੀ, ਵੀਜ਼ਾ ਲੱਗ ਜਾਏਗਾ। ਬਟ ਉਹ ਇਸ ਚੀਜ਼ ਨੂੰ ਮੰਨ ਕੇ ਚੱਲੇ ਕਿ ਮੇਰਾ 2-2.5 ਲੱਖ ਰੁਪਏ ਫालतू ਖਰਚਾ ਮੈਨੂੰ ਯੂਨੀਵਰਸਿਟੀ ਨੂੰ ਦੇਣਾ ਪੈ ਰਿਹਾ। ਉਹ ਜਿਹੜਾ ਐਲੀ ਕੋਰਸ ਹੁੰਦਾ ਉਹ 'ਚ ਉਹਨੂੰ ਪਹਿਲਾਂ ਇੰਗਲਿਸ਼ ਦੀਆਂ ਕਲਾਸਾਂ ਲਵਾਈਆਂ ਜਾਂਦੀਆਂ, ਆਇਲਸ ਮੰਗਵਾਈ, ਉਹਦੇ ਸਪੀਕਿੰਗ, ਰੀਡਿੰਗ, ਲਿਸਨਿੰਗ ਸਾਰਿਆਂ 'ਚ ਉਹਦੀ ਅਸੈਸਮੈਂਟ ਕੀਤੀ ਜਾਂਦੀ ਹੈ, ਉਹਦੇ ਗ੍ਰੇਡਸ, ਉਹਦੇ ਪੁਆਇੰਟਸ ਲੱਗਦੇ ਨੇ। ਉਸ ਤੋਂ ਬਾਅਦ ਉਹਨੂੰ ਸਿੱਧਾ ਡਿਪਲੋਮੇ ਵਿੱਚ ਜਾਂ ਡਿਗਰੀ ਸ਼ਿਫਟ ਕੀਤਾ ਜਾਂਦਾ। ਇਹਦਾ ਨੁਕਸਾਨ ਕੋਈ ਨਹੀਂ ਐਲੀ ਕੋਰਸ ਦਾ। ਆਮ ਤੌਰ ਤੇ ਲੋਕਾਂ 'ਚ ਇਹ ਵੀ ਮੈਂ ਚੀਜ਼ ਸੁਣਨ ਨੂੰ ਮਿਲੀ ਹੈ ਕਿ ਭਾਜੀ ਮੈਨੂੰ ਫਲਾਣੇ ਕੰਸਲਟੈਂਟ ਨੇ ਕਿਹਾ ਐਲੀ ਕੋਰਸ ਲੱਗ ਜਾਏਗਾ, ਵੀਜ਼ਾ ਚਾਂਸ ਘਟ ਜਾਣੇ। ਨਹੀਂ, ਇਸ ਤਰ੍ਹਾਂ ਕੋਈ ਚੀਜ਼ ਨਹੀਂ ਹੈ। ਇਹ ਅਕਸਰ ਬੱਚੇ ਇਹ ਕਹਿੰਦੇ ਨੇ ਕਿ ਜੇ ਐਲੀ ਕੋਰਸ ਲੱਗਦਾ ਤਾਂ ਜਿਹੜੀ ਹੈਗੀ ਹੈ ਤੁਹਾਡੀ ਪ੍ਰੋਫਾਈਲ ਵੀਕ ਹੁੰਦੀ ਹੈ, ਵੀਕ ਪ੍ਰੋਫਾਈਲ ਦੀ ਇੰਟਰਵਿਊ ਆਉਂਦੀ ਹੈ। ਇਹ ਬੱਚਿਆਂ ਤੋਂ ਅਕਸਰ ਸੁਣਿਆ ਗਿਆ, ਬਹੁਤ ਸਾਰੇ ਕੰਸਲਟੈਂਟ ਦੀ ਵੀ ਜ਼ੁਬਾਨ। ਅੱਛਾ ਚਲੋ, ਜੇ ਇਹ ਗੱਲ ਹੈ ਫਿਰ ਜਿਨ੍ਹਾਂ ਬੱਚੇ ਨੇ 6.5 ਬੈਂਡ ਉਹਨਾਂ ਨੂੰ ਇੰਟਰਵਿਊ ਕਿਉਂ ਆਉਂਦੀ ਹੈ? ਮੈਂ ਉਹੀ ਪੁੱਛ ਰਿਹਾ ਕਿ ਐਲੀ ਕੋਰਸ ਵਾਲੇ ਨੂੰ ਕੀ ਮੈਂਡੇਟਰੀ ਹੈ ਕਿ ਉਹਨੂੰ ਕਾਲ ਆ ਸਕਦੀ ਹੈ ਇੰਟਰਵਿਊ ਦੀ? ਭਾਜੀ ਹੁਣ ਹਰ ਇੱਕ ਬੱਚਾ ਮੰਨ ਕੇ ਚੱਲੇ ਮੈਨੂੰ ਕਾਲ ਆਉਣੀ ਹੈ। ਮੇਰੇ ਆਫਿਸ ਜਿਹੜਾ ਵੀ ਬੱਚਾ ਸਲਾਹ ਲੈਣ ਲਈ ਆਉਂਦਾ ਜਾਂ ਸਾਡੇ ਕੋਲੋਂ ਕੇਸ ਰਜਿਸਟਰ ਕਰਾਉਣ ਲਈ ਆਉਂਦਾ, ਜੇ ਉਹ ਬੱਚੇ ਸ਼ੋਅ ਵੇਖਦੇ ਹੋਣਗੇ ਜਿਹੜੇ ਇੱਕ ਵਾਰ ਮੈਨੂੰ ਮਿਲ ਚੁੱਕੇ ਆਫਿਸ ਆ ਕੇ, ਜਾਂ ਸਾਡੇ ਆਫਿਸ ਦੇ ਕਿਸੇ ਵੀ ਸਟਾਫ ਮੈਂਬਰ ਨੂੰ ਮਿਲ ਚੁੱਕੇ, ਕਾਉਂਸਲਰ ਨੂੰ ਮਿਲ ਚੁੱਕੇ ਆ, ਅਸੀਂ ਹਰ ਇੱਕ ਬੱਚੇ ਨੂੰ ਕਹੀਦਾ ਤੁਸੀਂ ਇਹ ਮੰਨ ਕੇ ਚਲੋ ਤੁਹਾਡੀ ਇੰਟਰਵਿਊ ਹੋਣੀ ਹੈ। 50% ਚਾਂਸ ਆ ਇੰਟਰਵਿਊ ਆ ਵੀ ਸਕਦੀ ਹੈ, ਨਹੀਂ ਵੀ ਆ ਸਕਦੀ। ਪਰ ਜੇ ਇਹ ਸੋਚ ਕੇ ਮਤਲਬ ਫਾਈਲ ਲਵਾ ਰਿਹਾ ਕਿ ਮੈਂ ਇੰਟਰਵਿਊ ਮੇਰੀ ਨਾ ਆਵੇ, ਮੈਂ ਡਰਦਾ, ਤੇ ਫਿਰ ਅਸੀਂ ਤੇਰਾ ਕੇਸ ਲੈਣ ਨੂੰ ਤਿਆਰ ਹੀ ਨਹੀਂ ਆ। ਸਾਡੇ ਕੋਲ ਆਓ, ਅਸੀਂ ਤੇਰੀ ਇੰਟਰਵਿਊ ਦੀ ਤਿਆਰੀ ਕਰਾਉਣੀ ਹੈ। ਜਦੋਂ ਤੂੰ ਸਾਡੇ ਕੋਲ ਰਜਿਸਟਰ ਬੱਚਾ ਸਾਡੇ ਕੋਲ ਪਹਿਲੇ ਦਿਨ ਹੋ ਜਾਂਦਾ, ਅਸੀਂ ਉਸ ਦਿਨ ਤੋਂ ਲੈ ਕੇ ਅਖੀਰ ਤੱਕ ਬੱਚੇ ਨੂੰ ਇੰਸਟਰਕਸ਼ਨਸ ਜਾਰੀ ਕਰ ਦਿੰਦੀਆਂ ਕਿ ਤੁਸੀਂ ਹੁਣ ਇਸ ਕੋਰਸ ਬਾਰੇ, ਇਸ ਯੂਨੀਵਰਸਿਟੀ ਬਾਰੇ ਰਿਸਰਚ ਕਰੋ, ਆਪਣੀ ਪੜ੍ਹਾਈ ਦੇ ਨਾਲ ਸੰਬੰਧਿਤ ਤੁਹਾਨੂੰ ਆਹ ਵਾਲਾ ਕੋਰਸ ਇਸ ਥਾਂ ਤੇ ਮਿਲ ਸਕਦਾ, ਇੱਥੇ ਜਾ ਕੇ ਰਿਸਰਚ ਕਰੋ। ਸੋ ਬੇਸਿਕਲੀ ਬੱਚਾ ਖੁਦ ਹੀ ਆਪਣੀ ਇੰਟੈਂਸ਼ਨਸ ਆਪ ਦਿਖਾਉਂਦਾ ਹੋਇਆ ਨੈਟ ਤੇ ਜਾ ਕੇ ਉਸ ਯੂਨੀਵਰਸਿਟੀ ਦੀ ਵੈਬਸਾਈਟ ਤੇ ਪੜ੍ਹਦਾ ਕਿ ਮੈਨੂੰ ਆਹ ਵਾਲਾ ਕੋਰਸ ਕਿਹੜੀ ਯੂਨੀਵਰਸਿਟੀ 'ਚ ਮਿਲ ਰਿਹਾ, ਕਿੰਨੀ ਉਹਦੀ ਫੀਸ ਹੈ, ਕੀ ਮੈਨੂੰ ਮੋਡਿਊਲਸ ਪੜ੍ਹਾਏ ਜਾਣੇ ਆ, ਉਹ ਯੂਨੀਵਰਸਿਟੀ ਕਿੰਨੀ ਪੁਰਾਣੀ ਆ, ਮਤਲਬ ਹਰ ਇੱਕ ਤਰ੍ਹਾਂ ਦੀ ਉਹ ਡੈਪਥ ਤਾਈਂ ਨੌਲੇਜ ਬੱਚਾ ਆਪ ਇਕੱਠੀ ਕਰਦਾ। ਜਦੋਂ ਬੱਚੇ ਨੇ ਆਪ ਪੜ੍ਹਿਆ ਹੋਵੇ ਨਾ,
ਇੰਗਲਿਸ਼ ਉਹਨੂੰ ਆਉਂਦੀ ਹੋਵੇ ਤੇ ਇੰਟਰਵਿਊ ਦੇਣਾ ਕੋਈ ਏਡਾ ਵੱਡਾ ਹੋ ਨਹੀਂ ਹੈਗਾ। ਅੱਛਾ, ਇੰਟਰਵਿਊ ਦੇ ਦੋ ਪਾਰਟਸ ਨੇ ਇਸ ਵਕਤ ਕਿ ਯੂਨੀਵਰਸਿਟੀ ਵੱਖਰੀ ਲੈਂਦੀ ਹੈ, ਐਮਬੈਸੀ ਵੱਖਰੀ ਲੈਂਦੀ ਹੈ, ਤੇ ਦੋਵਾਂ ਦੇ ਲੈਣ ਦਾ ਮੋਟਿਵ ਕੀ ਹੁੰਦਾ ਕਿ ਸਿਰਫ ਇੱਕ ਜਿਹੜੀ ਇੰਗਲਿਸ਼ ਜੱਜ ਕਰਨੀ ਹੈ ਜਾਂ ਬੱਚੇ ਦੀ ਜੀਟੀਈ ਦਾ ਜਿਹੜਾ ਇੱਕ ਡੈਫੀਨੇਸ਼ਨ ਹੈ ਕਿ ਬੱਚਾ ਵਾਕਈ ਜੈਨੂਨ ਹੈ ਉਹ ਜੱਜ ਕੀਤਾ ਜਾਂਦਾ? ਨਹੀਂ, ਇੰਗਲਿਸ਼ ਜੱਜ ਕਰਨਾ ਇੰਟਰਵਿਊ ਦਾ ਮਕਸਦ ਨਹੀਂ ਹੈਗਾ। ਤੁਸੀਂ ਉੱਥੇ ਸੈਂਟੈਂਸ ਗਲਤ ਬੋਲਦੇ ਹੋ ਜਾਂ ਵਰਬਸ ਦੀ ਫਾਰਮਸ ਗਲਤ ਯੂਜ਼ ਕਰਦੇ ਹੋ, ਟੈਂਸ ਗਲਤ ਯੂਜ਼ ਕਰਦੇ ਹੋ, ਡਸਨਟ ਮੇਕ ਐਨੀ ਡਿਫਰੈਂਸ। ਤੁਹਾਡੀ ਅੰਗਰੇਜ਼ੀ ਨਹੀਂ ਚੈੱਕ ਕਰਦੇ ਉੱਥੇ, ਤੁਹਾਡੇ ਤੋਂ ਸਪੀਕਿੰਗ ਦਾ ਟੈਸਟ ਨਹੀਂ ਹੋ ਰਿਹਾ ਕੋਈ ਇਹੋ ਜਿਹਾ ਕਿ ਤੁਹਾਡੀ ਸਪੀਕਿੰਗ 'ਚ ਵੇਖਾਂਗੇ ਕਿ ਬੱਚੇ ਨੇ ਪੂਰੇ ਪ੍ਰੋਪਰ ਇੰਗਲਿਸ਼ ਨੂੰ ਸਹੀ ਫਾਰਮ ਵਿੱਚ ਬੋਲਿਆ, ਕਿ ਉਹਨੇ ਪ੍ਰੋਪਰ ਟੈਂਸ ਸਹੀ ਯੂਜ਼ ਕੀਤੇ ਨੇ, ਵਰਬਸ ਦੀਆਂ ਫਾਰਮ ਸਹੀ ਲਗਾਈਆਂ ਨੇ। ਡਸਨਟ ਮੇਕ ਐਨੀ ਡਿਫਰੈਂਸ। ਸਿਰਫ ਤੁਸੀਂ ਉਸ ਬੰਦੇ ਜਿਹੜਾ ਤੁਹਾਡਾ ਇੰਟਰਵਿਊ ਲੈ ਰਿਹਾ, ਚਾਹੇ ਉਹ ਟੈਲੀਫੋਨਿਕ ਹੈ, ਚਾਹੇ ਉਹ ਵੀਡੀਓ ਕਾਨਫਰੰਸਿੰਗ ਤੇ ਹੈ ਜਾਂ ਸਕਾਈਪ ਤੇ ਹੈ, ਤੁਸੀਂ ਉਸ ਬੰਦੇ ਦੀ ਗੱਲ ਸਮਝ ਰਹੇ ਹੋ ਔਰ ਉਹਨੂੰ ਆਪਣੀ ਗੱਲ ਸਮਝਾ ਰਹੇ ਹੋ। ਬੇਸਿਕਲੀ ਤੁਸੀਂ ਇੱਕ ਪੰਜਾਬੀ 'ਚ ਇੰਟਰਵਿਊ ਦਿੰਦੇ ਹੋ, ਜਿਵੇਂ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹੋ, ਨਹੀਂ ਜੀ ਮੈਂ ਇਦਾਂ ਦਾ ਫਲਾਣਾ ਬੰਦਾ ਹਾਂ, ਇੱਥੋਂ ਦਾ ਰਹਿਣ ਵਾਲਾ, ਮੈਂ ਇੰਨੀ ਪੜ੍ਹਾਈ ਕੀਤੀ ਹੋਈ ਹੈ, ਅੱਗੇ ਆਹ ਕਰਨਾ ਚਾਹੁੰਦਾ। ਸੋ ਜਿਵੇਂ ਤੁਸੀਂ ਆਪਣੇ ਆਪ ਨੂੰ ਸਾਡੇ ਕੋਲ ਜਾਂ ਕਿਸੇ ਹੋਰ ਮੂਹਰੇ ਪੰਜਾਬੀ 'ਚ ਪੇਸ਼ ਕਰਦੇ ਹੋ, ਉਸੇ ਤਰ੍ਹਾਂ ਤੁਹਾਨੂੰ ਅੰਗਰੇਜ਼ੀ 'ਚ ਪੇਸ਼ ਕਰਨਾ ਪੈਂਦਾ। ਬਟ ਇਹ ਚੀਜ਼ ਇੱਥੇ ਗੱਲ ਮੰਨਣੀ ਗਲਤ ਹੈ। ਮੈਂ ਇਸ ਚੀਜ਼ ਨਾਲ ਹਰਗਿਜ਼ ਸਹਿਮਤ ਨਹੀਂ ਕਿ ਕੋਈ ਬੱਚਾ ਕਵੇ ਕਿ ਸਿਰਫ ਔਰ ਸਿਰਫ ਉੱਥੇ ਇੰਗਲਿਸ਼ ਚੈੱਕ ਕੀਤੀ ਜਾਂਦੀ ਹੈ। ਨਹੀਂ, ਇੰਗਲਿਸ਼ ਚੈੱਕ ਨਹੀਂ ਹੁੰਦੀ ਉੱਥੇ, ਸਿਰਫ ਤੁਹਾਡੀ ਇੰਟੈਂਸ਼ਨ ਚੈੱਕ ਹੁੰਦੀ ਹੈ ਕਿ ਤੁਹਾਡਾ ਮਕਸਦ ਆਸਟ੍ਰੇਲੀਆ 'ਚ ਆ ਕੇ ਪੜ੍ਹਾਈ ਕਰਨਾ ਕਿ ਸਿਰਫ ਤੁਸੀਂ ਉਸ ਮੁਲਕ ਵਿੱਚ ਮਿਲਾ ਕੇ ਜੀਟੀਈ ਜਿਹੜਾ ਜੈਨੂਨ ਟੈਂਪਰੇਰੀ ਐਂਟਰੈਂਟ ਹੈ ਕਿ ਉਸ ਤੇ ਬੱਚਾ ਖਰਾ ਉਤਰ ਰਿਹਾ ਜਾਂ ਨਹੀਂ ਉਤਰ ਰਿਹਾ, ਕਿ ਇਸ ਬੱਚੇ ਦਾ ਮਕਸਦ ਉੱਥੇ ਆ ਕੇ ਪੜ੍ਹਾਈ ਕਰਨਾ, ਕੋਈ ਬੱਚਾ ਸਿਰਫ ਇਹ ਪੀਆਰ ਦੇ ਵਾਸਤੇ ਭਾਲਦਾ ਪਿਆ। ਸੋ ਹਰ ਇੱਕ ਬੱਚੇ ਨੂੰ ਇਹ ਜੀਟੀ ਦੇ ਅੰਡਰ ਦੇਖਣਾ ਪਏਗਾ ਕਿ ਮੇਰਾ ਮਕਸਦ ਸਿਰਫ ਪੜ੍ਹਾਈ ਕਰਕੇ ਉੱਥੇ ਵਰਕ ਪਰਮਿਟ ਵਰਕ ਕਲਚਰ ਲੈ ਕੇ ਉਹ ਪੜ੍ਹਾਈ ਆਪਣੀ ਇੰਡੀਆ 'ਚ ਆਪਣੇ ਹੋਮ ਟਾਊਨ ਵਿੱਚ ਆ ਕੇ ਯੂਜ਼ ਕਰਨਾ, ਉਹਦੀ ਪੜ੍ਹਾਈ ਦਾ ਮਤਲਬ ਹੋਣਾ ਚਾਹੀਦਾ, ਨਾ ਕਿ ਉੱਥੇ ਪੱਕੇ ਹੋਣਾ ਜਾਂ ਸੈਟਲ ਹੋਣਾ। ਪਰ ਕਿੰਨੇ ਕੁ ਬੱਚੇ ਪ੍ਰੈਕਟੀਕਲ ਨੇ ਇਸ ਚੀਜ਼ 'ਚ ਕਿ ਹਾਂ ਵਾਕਈ ਪੜ੍ਹਨ ਚੱਲੇ ਆ ਤੇ ਪੜ੍ਹ ਕੇ ਵਾਪਸ ਆ ਜਾਵਾਂਗੇ? 99.99 ਜੇ ਮੇਰਾ ਆਪਣਾ ਨਿੱਜੀ ਤਜਰਬਾ ਦੇਖੀਏ ਤਾਂ ਇਸੇ ਮੋਟਿਵ ਨਾਲ ਜਾਂਦੇ ਨੇ ਕਿ ਪੈਸੇ ਕਮਾਉਣੇ ਨੇ, ਸੈੱਟ ਹੋਣਾ। ਦੋ ਮੋਟਿਵ ਨੇ, ਤੀਜਾ ਮੋਟਿਵ ਹੋ ਸਕਦਾ ਪੜ੍ਹਾਈ ਹੈ, ਕਿੰਨੇ % ਬਟ ਜੇ ਮੈਂ ਅੱਜ ਭਾਜੀ ਹੁਣ ਆਪਾਂ ਆਪਣੇ ਮੰਚ ਦੇ ਮੈਂ ਇਸ ਮੰਚ ਦਾ ਧੰਨਵਾਦ ਵੀ ਕਰੂੰਗਾ, ਜੋ ਚੀਜ਼ਾਂ ਹੁਣ ਮੈਂ ਜਾਂ ਗੁਰਿੰਦਰ ਭਾਜੀ ਪਿਛਲੇ ਇੰਨੇ ਸਾਲਾਂ ਤੋਂ ਬੋਲਦੇ ਆ ਰਹੇ ਆ, ਇਸ ਚੀਜ਼ ਦਾ ਕਿਤੇ ਨਾ ਕਿਤੇ ਫਰਕ ਭਾਜੀ ਜ਼ਰੂਰ ਬੰਦੇ ਦੇ ਦਿਮਾਗ 'ਚ ਪੈਂਦਾ। ਬੱਚੇ ਦੀ ਇੰਟੈਂਸ਼ਨ ਬੇਸ਼ੱਕ ਇੱਥੋਂ ਸਿੱਧਾ ਪਹਿਲਾਂ ਪੀਆਰ ਲੈਣ ਦੀਆਂ ਜਾਂ ਕਮਾਈ ਕਰਨ ਦੀ ਹੁੰਦੀਆਂ, ਬਟ ਮੈਂ ਇਸ ਚੀਜ਼ ਦਾ ਦਾਅਵਾ ਵੀ ਕਰ ਸਕਦਾ ਜਿਹੜੇ ਬੱਚੇ ਸਾਡੇ ਆਫਿਸ ਆ ਕੇ ਇੱਕ ਵਾਰ ਰਜਿਸਟ੍ਰੇਸ਼ਨ ਕਰਾ ਲੈਂਦੇ, ਜਦ ਤੱਕ ਮਹੀਨੇ, 1.5 ਮਹੀਨੇ ਜਾਂ 2 ਮਹੀਨੇ ਤੱਕ ਬੱਚੇ ਦਾ ਵੀਜ਼ਾ ਨਹੀਂ ਆਉਂਦਾ, ਉਹਦੀ ਇੰਟੈਂਸ਼ਨ ਘੱਟੋ ਘੱਟ 30 ਤੋਂ 40% ਪੜ੍ਹਾਈ ਕਰਨਾ ਬਣ ਜਾਂਦੀ ਹੁੰਦੀ ਹੈ ਕਿ ਯਾਰ ਮੈਂ ਵਾਕਈ ਇੰਨੀ ਪਹਿਲਾਂ ਪੜ੍ਹਾਈ ਕਰਨੀ ਆ, ਵਰਕ ਪਰਮਿਟ ਲੈਣਾ, ਉਸ ਤੋਂ ਬਾਅਦ ਅਗਰ ਮੇਰੇ ਪੁਆਇੰਟ ਪੂਰੇ ਹੋਏ ਤਾਂ ਮੈਂ ਪੀਆਰ ਲੈਣਾ। ਠੀਕ ਆ, 100 ਚੋਂ 90 ਬੱਚਿਆਂ ਦਾ ਮਕਸਦ ਉੱਥੇ ਜਾ ਕੇ ਸਿਰਫ ਪੱਕੇ ਹੋਣਾ ਹੁੰਦਾ, ਬਟ ਪੱਕੇ ਹੋਣ ਤੋਂ ਪਹਿਲਾਂ ਉਸ ਬੱਚੇ ਦੇ ਦਿਮਾਗ 'ਚ ਉਸ ਬੱਚੇ ਦੀ ਇੰਟੈਂਸ਼ਨ ਅਸੀਂ ਇਸ ਤਰੀਕੇ ਤਿਆਰ ਕਰ ਦਿੰਦੇ ਆ ਕਿ ਬੱਚੇ ਦਾ ਜਿਹੜਾ ਧਿਆਨ ਆ ਸਿਰਫ ਔਰ ਸਿਰਫ ਪੜ੍ਹਾਈ ਵੱਲ ਹੁੰਦਾ ਕਿ ਮੈਂ ਜਾ ਕੇ 3 ਸਾਲ ਪੜ੍ਹਾਈ ਕਰਨੀ ਆ, ਫਿਲਹਾਲ ਮੈਂ ਕੋਈ ਕਮਾਈ ਕੋਈ ਡਾਲਰਾਂ ਵਾਲੇ ਪਾਸੇ ਜਾਂ ਕੋਈ ਪੱਕੇ ਹੋਣ ਪਾਸੇ ਨਹੀਂ ਸੋਚਣਾ, ਸਿਰਫ ਪੜ੍ਹਾਈ ਕਰੂੰਗਾ, ਉਸ ਤੋਂ ਬਾਅਦ ਮੇਰੇ ਅੱਗੇ ਰਸਤੇ ਆਪਣੇ ਖੁੱਲਦੇ ਜਾਣਗੇ। ਜੇ ਪੜ੍ਹਾਈ ਨਹੀਂ ਕਰਾਂਗਾ, ਵਿੱਚੇ ਮੇਰੇ ਨੰਬਰ ਥੋੜੇ ਆ ਗਏ, ਮੇਰੀ ਗ੍ਰੇਡਸ ਮੇਰੇ ਘਟ ਗਏ, ਤਾਂ ਆਫ ਕੋਰਸ ਮੇਰੇ ਅੱਗੇ ਰਸਤੇ ਬੰਦ ਹੋਣੇ ਸ਼ੁਰੂ ਹੋ ਜਾਣਗੇ। ਜਿਹੜੇ ਬੱਚੇ ਪਹਿਲਾਂ ਗਏ ਹੋਏ ਨੇ, ਜਿਹੜੇ ਡਿਪਲੋਮੇ ਦੇ ਇਸ ਵਕਤ ਪੜ੍ਹ ਰਹੇ ਨੇ, ਇੱਕ ਕੈਟਾਗਰੀ ਹੁਣ ਜਾਰੀ ਜਿਹੜੀ ਐਸਵੀਪੀ 'ਚ ਜਾਰੀ ਹੈ, ਜਿਹੜੀ ਵਾਕਈ ਹੀ ਇੱਕ ਡਿਗਰੀ ਹਾਸਲ ਕਰਨ ਚੱਲੀ ਹੈ, ਡਿਗਰੀ ਦੇ ਬੈਨੀਫਿਟ ਕੀ ਹੋਣਗੇ ਫਿਊਚਰ ਦੇ ਵਿੱਚ? ਜਿਹੜਾ ਬੱਚਾ ਐਸਵੀਪੀ 'ਚ ਡਿਗਰੀ ਚਾਹੇਗਾ, ਮੈਂ ਪਹਿਲਾਂ ਉੱਥੇ ਇਸ ਤੁਹਾਡੀ ਗੱਲ ਤੋਂ ਮੈਂ ਟੋਕਦਾ ਹੋਇਆ ਪਹਿਲਾਂ ਪੁਰਾਣਾ ਥੋੜਾ ਪਿੱਛੇ ਚਲੇ ਜਾਵਾਂ, ਜਿਹੜੇ ਬੱਚੇ ਉਹਦੇ ਡਿਪਲੋਮੇ 'ਚ ਗਏ ਹੋਏ ਨੇ, ਉਹ ਡਿਪਲੋਮੇ ਪਾਸ ਕਰ ਚੁੱਕੇ ਨੇ, ਅਗਰ ਉਹਨਾਂ ਦੇ 6 ਬੈਂਡ 5.5 ਬੈਂਡ ਹੈ, ਮਤਲਬ ਅਗਰ ਉਹ ਐਸਵੀਪੀ ਦੀ ਕੈਟਾਗਰੀ 'ਚ ਆਉਣਾ ਚਾਹੁੰਦੇ ਨੇ, ਉਹਦੇ ਲਈ ਕਾਬਿਲ ਨੇ, ਐਲੀਜੀਬਲ ਨੇ, ਉਹ ਉੱਥੇ ਰਹਿ ਕੇ ਵੀ ਐਸਵੀਪੀ ਦੇ ਵਿੱਚ ਅਪਲਾਈ ਕਰ ਸਕਦੇ ਨੇ। ਉੱਥੇ ਰਹਿ ਕੇ ਐਸਵੀਪੀ 'ਚ ਅਪਲਾਈ ਕਰਨ, ਜਿਵੇਂ ਕਿ 2 ਸਾਲ ਦੀ ਡਿਗਰੀ ਕਰਨਾ ਯੂਨੀਵਰਸਿਟੀ 'ਚ ਇੱਕ ਮੈਂਡੇਟਰੀ ਹੁੰਦਾ, ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਦਾ। ਤੁਸੀਂ ਪੜ੍ਹਾਈ ਕਰੋ, 2 ਸਾਲ ਦੀ ਡਿਗਰੀ ਕਰੋ, ਉਸ ਤੋਂ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕਰੋ, 1 ਸਾਲ ਦੀ ਜੋਬ ਆਪਣੀ ਐਕਸਪੀਰੀਅੰਸ ਦਿਖਾਓ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ, 7 ਬੈਂਡ ਈਚ ਲਓ ਔਰ ਪੀਆਰ ਪਾ ਸਕਦੇ ਹੋ। ਜੇ ਕੁਝ ਇੱਕ ਰੀਜਨਲ ਏਰੀਆ 'ਚ ਜਾ ਕੇ 2 ਸਾਲ ਤੱਕ ਰਹਿਣਾ ਚਾਹੁੰਦੇ ਹੋ, ਉਹਦੇ ਬੇਸਿਸ ਤੇ ਪੀਆਰ ਦੇ ਪੁਆਇੰਟਸ ਬਣਦੇ ਨੇ। ਸੋ ਅਲੱਗ-ਅਲੱਗ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ 60 ਪੁਆਇੰਟ ਪੂਰੇ ਕਰਨੇ, ਚਾਹੇ ਉਹ ਐਕਸਪੀਰੀਅੰਸ ਦਿਖਾ ਕੇ ਹੈ, ਚਾਹੇ ਓਰੀਜਨਲ ਏਰੀਆ 'ਚ ਰਹਿ ਕੇ ਹੈ, ਚਾਹੇ ਆਇਲਟਸ ਬੈਂਡ ਪੂਰੇ ਕਰਕੇ। ਸੋ ਨਿੱਕੀ ਇੱਕ ਜਿਹੜੀ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਉਸ ਚੀਜ਼ ਦਾ ਖਿਆਲ ਰੱਖਣਾ। ਸੋ ਮੇਰਾ ਮਕਸਦ ਸਿਰਫ ਕਹਿਣਾ ਇਹ ਸੀਗਾ ਜਿਹੜੇ ਬੱਚੇ ਆਲਰੇਡੀ ਗਲਤੀ ਕਰਕੇ ਡਿਪਲੋਮੇ 'ਚ ਜਾ ਵੀ ਚੁੱਕੇ ਨੇ, ਜਾਂ 2006 ਜਾਂ 7 ਜਾਂ 8 ਜਾਂ 9 ਵਿੱਚ ਗਏ ਆ, ਹਾਲ ਤੱਕ ਪੀਆਰ ਤੋਂ ਵਾਂਝੇ, ਅਗਰ ਅੱਜ ਫੇਰ ਉਹ ਪੜ੍ਹਾਈ ਕਰਨਾ ਚਾਹੁੰਦੇ ਆ, ਅਗਰ ਆਪਣੀ ਪ੍ਰੋਗਰੈਸ਼ਨ ਦਿਖਾ ਸਕਦੇ ਆ ਕਿ ਮੈਂ ਪਹਿਲਾਂ ਸਰਟੀਫਿਕੇਟ ਕੀਤਾ, ਫਿਰ ਮੈਂ ਡਿਪਲੋਮਾ ਕੀਤਾ, ਅੱਜ ਮੈਂ ਡਿਗਰੀ 'ਚ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ ਚਾਹੁੰਦਾ, ਤਾਂ 100% ਉਹ ਆਪਣਾ ਜਿਹੜਾ ਸਟੇਟਸ ਚੇਂਜ ਕਰਕੇ ਐਸਵੀਪੀ ਵਿੱਚ ਅੰਡਰ ਅਪਲਾਈ ਕਰ ਸਕਦੇ ਆ। ਜਿਹੜੇ ਬੱਚੇ ਹੁਣ ਇੱਥੋਂ ਐਸਵੀਪੀ ਅੰਡਰ ਅਪਲਾਈ ਕਰ ਰਹੇ ਆ, ਉਹਨਾਂ ਨੂੰ ਉੱਥੇ ਡਿਗਰੀ ਪੂਰੀ ਕਰਨ ਦੀ ਲੋੜ ਹੈ। ਅਗਰ ਕੋਈ ਬੱਚੇ ਨੇ 12ਵੀਂ ਪਾਸ ਕੀਤੀ ਹੈ ਤਾਂ ਡਿਪਲੋਮਾ ਲੀਡਿੰਗ ਨੂੰ ਡਿਗਰੀ ਜਾ ਸਕਦਾ, ਬਟ ਸ਼ਰਤ ਇਹ ਕਿ 2 ਸਾਲ ਦੀ ਡਿਗਰੀ ਉਹਦੇ ਕੋਲ ਹੋਣੀ ਜ਼ਰੂਰੀ ਹੈ। ਅਗਰ ਪਹਿਲਾ ਸਾਲ ਡਿਪਲੋਮੇ ਚ ਲਾਉਂਦਾ ਤਾਂ ਦੂਜਾ ਸਾਲ ਔਰ ਤੀਜਾ ਸਾਲ ਉਹਨੂੰ ਯੂਨੀਵਰਸਿਟੀ ਦੇ ਵਿੱਚ ਹੀ ਲਾਉਣਾ ਪਏਗਾ। ਅਗਰ ਬੈਚਲਰ ਕਿਸੇ ਬੱਚੇ ਨੇ ਕੀਤੀ ਹੈ ਤਾਂ ਉਹਨੂੰ 2 ਸਾਲ ਦੀ ਮਾਸਟਰ ਡਿਗਰੀ ਯੂਨੀਵਰਸਿਟੀ 'ਚ ਕਰਨੀ ਪਏਗੀ, ਉਸ ਤੋਂ ਬਾਅਦ ਹੀ ਇਹਨੂੰ 2 ਸਾਲ ਦਾ ਵਰਕ ਪਰਮਿਟ ਮਿਲਣਾ। ਮੈਂ ਇੱਥੇ ਗੱਲ ਥੋੜੀ ਕਲੀਅਰ ਕਰਾਂ, ਟੈਕਨੀਕਲ ਬੜੀ ਛੋਟੀ ਜਿਹੀ ਗੱਲ ਆ, ਬਟ ਬਹੁਤ ਵੱਡਾ ਇਹਦਾ ਮਾਇਨਾ ਰੱਖਦਾ। ਜਿਹੜੀ ਕੁੜੀਆਂ ਨੇ ਜਾਂ ਮੁੰਡਿਆਂ ਨੇ GNM ਪਾਸ ਕੀਤੀ ਹੁੰਦੀ ਹੈ, 6.5 ਬੈਂਡ ਓਵਰਆਲ 6 ਬੈਂਡ ਹੀ ਚਾਹੀਦੇ ਆ BSc ਨਰਸਿੰਗ ਕਰਨ ਲਈ, ਬਟ ਕੁਝ ਯੂਨੀਵਰਸਿਟੀਆਂ 5.5 ਬੈਂਡ ਜਾਂ 6 ਬੈਂਡ ਵਾਲੇ ਨੂੰ ਵੀ ਐਲੀ ਕੋਰਸ 15 ਜਾਂ 20 ਹਫ਼ਤੇ ਲਾ ਕੇ ਉਹਨੂੰ BSc ਨਰਸਿੰਗ ਦੇ ਦਿੰਦੀਆਂ। ਕੁਝ ਇੱਕ ਤਰ੍ਹਾਂ ਦੇ ਹੈਲਥ ਕੇਅਰ ਦੇ ਕੋਰਸ ਇਸ ਤਰ੍ਹਾਂ ਦੇ ਨੇ ਜਿਹੜੇ 2 ਸਾਲ ਦੇ ਨੇ। ਮੈਂ ਇੱਕ ਲੇਟੈਸਟ ਐਗਜ਼ਾਮਪਲ ਸ਼ੇਅਰ ਕਰ ਰਿਹਾ ਕਿਉਂਕਿ ਪਿਛਲੇ ਵੀਕ ਮੇਰੇ ਕੋਲ ਆਫਿਸ ਵਿੱਚ ਇੱਕ ਕਲਾਇੰਟ ਆਇਆ ਸੀਗਾ,
ਜਿਨੇ ਕਿ ਵੀਜ਼ਾ ਰਿਫਿਊਜ਼ ਹੋਇਆ ਸੀ ਐਸਵੀਪੀ ਦੇ ਅੰਡਰ, ਹਾਲਾਂਕਿ ਚੰਗਾ ਤਾਂ ਵੀਜ਼ਾ ਰਿਫਿਊਜ਼ ਹੋ ਗਿਆ, ਜੇ ਵੀਜ਼ਾ ਲੱਗ ਵੀ ਜਾਂਦਾ ਤੁਹਾਨੂੰ ਉੱਥੇ ਵਰਕ ਪਰਮਿਟ ਪੀਆਰ ਮਿਲਣੀ ਨਹੀਂ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜਾ ਕੋਰਸ ਉਹਦੇ ਕੰਸਲਟੈਂਟ ਨੂੰ ਸੁਜੈਸਟ ਕੀਤਾ ਸੀ, ਜਿਹੜੇ ਕੋਰਸ ਲਈ ਉਹਨੇ ਅਪਲਾਈ ਕੀਤਾ ਸੀਗਾ, ਉਸ ਕੋਰਸ ਦੀ ਡਿਊਰੇਸ਼ਨ ਬੈਚਲਰ ਡਿਗਰੀ ਕਰਨ ਤੋਂ ਬਾਅਦ, ਕਿਉਂਕਿ ਉਹਨੇ ਬੀਐਸਸੀ ਨਰਸਿੰਗ ਕੀਤੀ ਸੀ, ਉਹਦੀ ਡਿਊਰੇਸ਼ਨ 1.5 ਸਾਲ ਸੀਗੀ। 1.5 ਸਾਲ ਦੀ ਡਿਊਰੇਸ਼ਨ ਪੂਰੀ ਕਰਨ ਤੋਂ ਬਾਅਦ ਉਹ 2 ਸਾਲ ਦੇ ਵਰਕ ਪਰਮਿਟ ਲੈਣ ਲਈ ਹੱਕਦਾਰੀ ਨਹੀਂ ਹੋਣੀ ਸੀ, ਔਰ ਇਸ ਚੀਜ਼ ਦਾ ਖੈਰ ਉਸ ਕੁੜੀ ਨੂੰ ਪਤਾ ਹੀ ਨਹੀਂ ਸੀਗਾ। ਸੋ ਅੱਜ ਇਸ ਸਮੇਂ ਜਿਵੇਂ ਕਿ ਕੈਨੇਡਾ ਦੇ ਵਿੱਚ ਲੋਕ ਸਾਲ ਦੇ ਕੋਰਸ ਕਰਦੇ ਨੇ, ਮਿਲਦਾ 8 ਮਹੀਨੇ ਦਾ ਵਰਕ ਪਰਮਿਟ, ਬਾਅਦ ਚ ਪਤਾ ਲੱਗਦਾ ਕਿ ਮੇਰੇ ਪੁਆਇੰਟ ਹੀ ਨਹੀਂ ਪੂਰੇ ਹੋ ਰਹੇ। ਸੋ ਮੈਂ ਇੱਥੇ ਗੱਲ ਬੜੀ ਕਲੀਅਰ ਕਰਾਂਗਾ, ਜਿਹੜੇ ਬੱਚੇ ਬੈਚਲਰ ਪਾਸ ਨੇ, ਮਾਸਟਰ ਡਿਗਰੀ ਅਪਲਾਈ ਕਰ ਰਹੇ ਨੇ ਆਸਟ੍ਰੇਲੀਆ ਵਿੱਚ ਐਸਵੀਪੀ ਦੇ ਅੰਡਰ, ਉਹ ਇਸ ਚੀਜ਼ ਦਾ ਖਾਸ ਖਿਆਲ ਰੱਖਣ ਕਿ ਜਿਹੜਾ ਤੁਸੀਂ ਕੋਰਸ ਲੈ ਕੇ ਜਾ ਰਹੇ ਹੋ, ਕਿਉਂਕਿ ਯੂਨੀਵਰਸਿਟੀਆਂ 'ਚ 1.5 ਸਾਲ ਦੇ ਕੋਰਸ ਵੀ ਹੈਗੇ ਨੇ ਜਿਹੜੇ ਤੁਹਾਡੇ ਮਾਸਟਰ ਦੇ ਰਿਲੇਟਡ ਕੋਰਸ ਨੇ, ਉੱਥੇ ਮਾਸਟਰ 1.5 ਸਾਲ ਦੀ ਵੀ ਹੈਗੀ ਹੈ, 2 ਸਾਲ ਦੀ ਵੀ ਹੈ। ਬਟ ਅਗਰ ਤੁਸੀਂ ਐਸਵੀਪੀ ਦੇ ਅੰਡਰ ਉੱਥੇ 2 ਸਾਲ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ, ਪੜ੍ਹਾਈ ਤੋਂ ਬਾਅਦ ਤੁਹਾਡੀ ਡਿਗਰੀ ਜਿਹੜੀ ਤੁਸੀਂ ਮਾਸਟਰ ਡਿਗਰੀ ਅਪਲਾਈ ਕਰ ਰਹੇ ਹੋ, ਉਹਦੀ ਡਿਊਰੇਸ਼ਨ ਘੱਟੋ ਘੱਟ 24 ਮਹੀਨੇ 2 ਸਾਲ ਹੋਣੀ ਲਾਜ਼ਮੀ ਹੈ। ਅਗਰ ਤੁਹਾਡੀ ਪੜ੍ਹਾਈ 2 ਸਾਲ ਦੀ ਨਹੀਂ ਹੋਏਗੀ, ਤੁਹਾਨੂੰ ਵਰਕ ਪਰਮਿਟ ਕਿਸੇ ਸੂਰਤ ਵਿੱਚ ਨਹੀਂ ਮਿਲਣਾ। ਉਸ ਤੋਂ ਬਾਅਦ ਤੁਸੀਂ ਆਪਣੇ ਪੀਆਰ ਨੂੰ ਲੈ ਕੇ ਰਸਤਾ ਔਖਾ ਕਰ ਲਓਗੇ। ਸੋ ਇੱਥੋਂ ਤੁਸੀਂ ਆਪਣੇ ਕੰਸਲਟੈਂਟ ਨੂੰ ਜਾਂ ਆਪ ਇਹ ਚੀਜ਼ ਵੇਖਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਮਾਸਟਰ ਡਿਗਰੀ ਮੈਨੂੰ ਦਿੱਤੀ ਜਾ ਰਹੀ ਹੈ, ਜਿਹਦੇ 'ਚ ਮੈਂ ਅਪਲਾਈ ਕਰ ਰਿਹਾ, ਕਿ ਉਹਦੀ ਡਿਊਰੇਸ਼ਨ 2 ਸਾਲ ਦੀ ਹੈ। ਅਗਰ 2 ਸਾਲ ਦੀ ਹੈ ਤਾਂ ਵਰਕ ਪਰਮਿਟ ਮਿਲੇਗਾ, ਨਹੀਂ ਹੈ ਤਾਂ ਵਰਕ ਪਰਮਿਟ ਨਹੀਂ ਮਿਲੇਗਾ। ਅੱਛਾ ਰਾਈ ਜੀ, ਜਿਹੜਾ ਥੋੜਾ ਨੈਗੇਟਿਵ ਸਵਾਲ ਕਰਨਾ ਚਾਹੂੰਗਾ ਦਰਸ਼ਕਾਂ ਲਈ ਕਿ ਇਨ ਕੇਸ ਵੀਜ਼ਾ ਨਹੀਂ ਲੱਗਦਾ ਤਾਂ ਕੀ ਸਿਸਟਮ ਕੀ ਹੈ ਫੀਸ ਵਾਪਸ ਹੋਣ ਦਾ ਆਸਟ੍ਰੇਲੀਆ ਤੋਂ? ਹਾਂ ਜੀ, ਜਿਵੇਂ ਕੈਨੇਡਾ ਵਿੱਚ ਕਿਸੇ ਬੱਚੇ ਦਾ ਐਸਪੀਪੀ ਦੇ ਅੰਡਰ ਵੀਜ਼ਾ ਰਿਫਿਊਜ਼ ਹੋ ਜਾਂਦਾ, ਤੁਹਾਨੂੰ 3 ਤੋਂ 4 ਹਫ਼ਤਿਆਂ ਦੇ ਵਿੱਚ ਫੀਸ ਵਾਪਸ ਆ ਜਾਂਦੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਵੀ ਅਗਰ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤਾਂ ਕੋਈ ਯੂਨੀਵਰਸਿਟੀ $50 ਕੱਟਦੀ ਹੈ, ਕੋਈ $100 ਕੱਟਦੀ, ਕੋਈ ਵੀ ਨਹੀਂ ਕੱਟਦੀ, ਤਾਂ ਉਹਦੀ ਫੀਸ 3 ਤੋਂ 4 ਹਫ਼ਤਿਆਂ ਦੇ ਵਿੱਚ ਬੱਚੇ ਦੇ ਅਕਾਊਂਟ ਵਿੱਚ ਹੀ ਸਿੱਧੀ ਵਾਪਸ ਆ ਜਾਂਦੀ ਹੈ। ਕੋਈ ਯੂਨੀਵਰਸਿਟੀ $50 ਕੱਟੇਗੀ, ਕੋਈ 100 ਕੱਟੇਗੀ, ਕੋਈ ਵੀ ਨਹੀਂ ਕੱਟੇਗੀ। ਸੋ ਫੀਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਬਟ ਇਹ ਚੀਜ਼ ਜ਼ਰੂਰ ਵੇਖਣ ਦੀ ਲੋੜ ਹੈ ਕਿ ਜਿਹੜੀ ਯੂਨੀਵਰਸਿਟੀ ਫੀਸ ਭੇਜੀ ਹੈ, ਜਿਸ ਤੁਸੀਂ ਅਪਲਾਈ ਕੀਤਾ, ਕਿ ਉਹ ਐਸਪੀਪੀ ਦੇ ਅੰਡਰ ਹੈ, ਕਿ ਉਹ ਸਰਕਾਰ ਦੀ ਹਦਾਇਤਾਂ ਪੂਰੀਆਂ ਕਰ ਰਹੀ ਹੈ, ਕਿ ਸ਼ਰਤਾਂ ਪੂਰੀਆਂ ਕਰ ਰਹੀ ਹੈ। ਅਗਰ ਯੂਨੀਵਰਸਿਟੀ ਸਰਕਾਰੀ ਹੈ, ਐਸਪੀਪੀ ਦੇ ਅੰਡਰ ਹੁੰਦੀ ਹੈ, ਤਾਂ ਕਿਸੇ ਵੀ ਬੱਚੇ ਨੂੰ ਫੀਸ ਦੇਣ ਵਿੱਚ ਕੋਈ ਸੰਗ ਸ਼ਰਮ ਕਰਨ ਦੀ ਜਾਂ ਡਰਨ ਦੀ ਝਿਜਕਣ ਦੀ ਲੋੜ ਨਹੀਂ। ਨਿਸ਼ਚਿੰਤ ਹੋ ਕੇ ਆਪਣਾ ਵੀਜ਼ਾ ਅਪਲਾਈ ਕਰੋ। ਰੱਬ ਨਾ ਕਰੇ ਕਿਸੇ ਕੋਲੋਂ ਵੀਜ਼ਾ ਰਿਫਿਊਜ਼ ਵੀ ਹੋ ਜਾਂਦਾ ਤਾਂ ਫੀਸ ਤੁਹਾਡੀ ਪੂਰੀ ਵਾਪਸ ਹੋਏਗੀ। ਅੱਛਾ ਰਾਈ ਜੀ, ਸਪਾਊਸ ਦਾ ਕੀ ਸਟੇਟਸ ਹੈ? ਬੱਚਿਆਂ ਜਾਂ ਕੈਂਡੀਡੇਟ ਐਪਲੀਕੈਂਟ ਵੱਲੋਂ ਕਿੰਨਾ ਕੁ ਰੁਝਾਨ ਹੈ ਅੱਜ ਵੀ ਸਪਾਊਸ ਕੇਸ ਦੇ ਪ੍ਰਤੀ, ਤੇ ਐਮਬੈਸੀ ਕੀ ਰਿਜ਼ਲਟ ਕੱਢ ਰਹੀ ਹੈ ਇਸ ਚੀਜ਼ ਦਾ? ਪਰ ਇਸ ਸਪਾਊਸ ਕੇਸ ਨੂੰ ਲੈ ਕੇ ਮੈਂ ਅੱਜ ਗੱਲ ਕਰਾਂ ਤਾਂ ਮਤਲਬ ਬਹੁਤ ਜ਼ਿਆਦਾ ਕਨਫਿਊਜ਼ਨਸ ਕ੍ਰੀਏਟ ਕੀਤੀਆਂ ਜਾ ਰਹੀਆਂ ਅਲੱਗ-ਅਲੱਗ ਲੋਕਾਂ ਵੱਲੋਂ। ਖੈਰ ਕੰਸਲਟੈਂਟ ਹੀ ਉਸ ਚੀਜ਼ ਨੂੰ ਲੈ ਕੇ ਜ਼ਿੰਮੇਵਾਰ ਨਹੀਂ ਆ, ਲੋਕ, ਬੱਚੇ, ਸਟੂਡੈਂਟ, ਅਫਵਾਹਾਂ ਵੀ ਜ਼ਿੰਮੇਵਾਰ ਨੇ, ਕਿਉਂਕਿ ਇਹ ਚੀਜ਼ਾਂ ਜਦੋਂ ਆਪਾਂ ਆਫਿਸ ਬੈਠਦੇ ਹਾਂ ਸਾਨੂੰ ਅਲੱਗ-ਅਲੱਗ ਲੋਕਾਂ ਨੂੰ ਮਿਲ ਕੇ ਇਹ ਚੀਜ਼ਾਂ ਸਾਹਮਣੇ ਹੁੰਦੀਆਂ ਕਿ ਕੀ ਮਾਰਕੀਟ ਵਿੱਚ ਇਸ ਟਾਈਮ ਅਫਵਾਹਾਂ ਫੈਲ ਰਹੀਆਂ ਨੇ। ਸਪਾਊਸ ਵੀਜ਼ੇ ਨੂੰ ਲੈ ਕੇ ਐਮਬੈਸੀ ਨੂੰ ਕੋਈ ਸਮੱਸਿਆ ਨਹੀਂ, ਕੋਈ ਪਰੇਸ਼ਾਨੀ ਨਹੀਂ, ਬਟ ਉਹ ਇਹ ਚੀਜ਼ ਮੰਗਦੇ ਕਿ ਵਿਆਹ ਤੁਹਾਡਾ ਜੈਨੂਨ ਹੋਣਾ ਚਾਹੀਦਾ। ਜੋ ਤੁਸੀਂ ਸਾਡੇ ਨਾਲ 2006 ਤੋਂ ਲੈ ਕੇ 2009 ਤੱਕ ਕੀਤਾ ਕਿ ਤੁਸੀਂ ਆਪਣੇ ਮਾਮੇ, ਚਾਚੇ, ਤਾਏ ਦੀ ਕੁੜੀ ਦੇ ਨਾਲ ਜਾਂ ਮੁੰਡੇ ਆਪਸ ਮਤਲਬ ਫਰਜ਼ੀ ਵਿਆਹ ਕਰ ਕੇ ਸਾਡੇ ਕੋਲ ਆ ਗਏ ਸੀਗੇ, ਉਹ ਚੀਜ਼ ਹੁਣ ਨਾ ਕਰੋ। ਵਿਆਹ ਤੁਹਾਡਾ ਜੈਨੂਨ ਹੈ, ਤੁਸੀਂ ਆਪਣੇ ਵਿਆਹ ਨੂੰ ਇੱਕ ਰਿਸ਼ਤੇ ਨੂੰ ਸਾਬਤ ਕਰ ਰਹੇ ਹੋ ਕਿ ਇੱਕ ਹਸਬੈਂਡ ਵਾਈਫ ਵਿੱਚ ਇੱਕ ਹਸਬੈਂਡ ਵਾਈਫ ਦਾ ਰਿਸ਼ਤਾ ਹੈ, ਉਹ ਇੱਕੋ ਛੱਤ ਥੱਲੇ ਇੱਕੋ ਘਰ ਵਿੱਚ ਰਹਿ ਰਹੇ ਆ, ਇੱਕੋ ਐਡਰੈਸ ਤੇ ਰਹਿ ਰਹੇ ਆ, ਰਿਸ਼ਤਾ ਜਾਂ ਪਵਿੱਤਰ ਹੈ, ਪਵਿੱਤਰ ਜੈਨੂਨ ਰਿਸ਼ਤਾ, ਮਤਲਬ ਜਿਹਨੂੰ ਆਪਾਂ ਅਸਲ 'ਚ ਵਿਆਹ ਜਾਂ ਅਸਲ 'ਚ ਮੀਆਂ ਬੀਵੀ ਕਹਿੰਦੇ ਆ, ਉਹ ਰਿਸ਼ਤਾ ਤੁਹਾਡੇ 'ਚ ਹੈ ਤਾਂ ਤੁਹਾਡਾ ਮੋਰ ਦੈਨ ਵੈਲਕਮ। ਰਿਜੈਕਸ਼ਨ ਦਾ ਕੋਈ ਕਾਰਨ ਹੀ ਹੈ ਨਹੀਂਗਾ, ਕਿਉਂਕਿ ਜਿਹੜਾ ਵੀਜ਼ਾ ਐਸਪੀਪੀ ਦੇ ਅੰਡਰ ਮਿਲਣਾ ਹੈ ਜਾਂ ਪੜ੍ਹਾਈ ਕਰਨ ਦਾ ਮਿਲਣਾ, ਉਹ ਸਟੂਡੈਂਟ ਨੂੰ ਮਿਲਣਾ ਹੈ, ਚਾਹੇ ਸਟੂਡੈਂਟ ਲੜਕੀ ਹੈ ਚਾਹੇ ਸਟੂਡੈਂਟ ਲੜਕਾ ਹੈ। ਜਿਹੜਾ ਉਹਦਾ ਸਪਾਊਸ ਹੈ ਉਹਨੂੰ ਵੀਜ਼ਾ ਸਿਰਫ ਇਸ ਬਿਨਾ ਤੇ ਜਾਂ ਇਹਨਾਂ ਬੇਸਿਸ ਉੱਤੇ ਮਿਲਣਾ ਹੈ ਕਿ ਜਿਹੜੇ ਬੱਚੇ ਦਾ ਜਿਹੜੇ ਡਿਪੈਂਡੈਂਟ ਦੇ ਨਾਲ ਉਹ ਅਪਲਾਈ ਕਰ ਰਿਹਾ, ਸਟੂਡੈਂਟ ਦੇ ਨਾਲ ਅਪਲਾਈ ਕਰ ਰਿਹਾ, ਉਹਦੇ ਨਾਲ ਉਹਦਾ ਰਿਸ਼ਤਾ ਜੈਨੂਨ ਹੈ ਔਰ ਵਿਆਹ ਜੈਨੂਨ ਹੈ। ਸੋ ਸਪਾਊਸ ਨੇ ਸਿਰਫ ਇਹ ਸਾਬਤ ਕਰਨਾ ਕਿ ਜਿਹੜਾ ਮੇਰਾ ਐਪਲੀਕੈਂਟ ਹੈ ਉਹ ਮੇਰਾ ਜੈਨੂਨ ਸਪਾਊਸ ਹੈ, ਮੇਰੀ ਜੈਨੂਨ ਵਾਈਫ ਹੈ ਜਾਂ ਜੈਨੂਨ ਹਸਬੈਂਡ ਹੈ। ਸਟੂਡੈਂਟ ਨੂੰ ਇਹ ਚੀਜ਼ਾਂ ਸ਼ੋ ਕਰਨੀਆਂ ਪੈਣੀਆਂ ਕਿ ਮੈਂ ਉੱਥੇ ਜਾ ਕੇ ਪੜ੍ਹਨਾ ਚਾਹੁੰਦਾ। ਸੋ ਅੱਛਾ, ਇੱਥੇ ਹੋਰ ਗੱਲ ਵੀ ਨਿਕਲਦੀ ਕਿ ਕਈ ਲੋਕ ਸੋਚਦੇ, ਮੈਨੂੰ ਫੋਨ ਵੀ ਆਉਂਦੇ ਕਿ ਭਾਜੀ ਕਿੰਨਾ ਪੁਰਾਣਾ ਵਿਆਹ ਹੋਣਾ ਚਾਹੀਦਾ ਜੀ, ਮੈਨੂੰ ਫਲਾਣਾ ਕੰਸਲਟੈਂਟ ਕਹਿੰਦਾ 6 ਮਹੀਨੇ ਪੁਰਾਣਾ ਵਿਆਹ ਹੋਣਾ ਚਾਹੀਦਾ, ਕੋਈ ਕਹਿੰਦਾ ਸਾਲ ਪੁਰਾਣਾ ਵਿਆਹ ਹੋਣਾ ਚਾਹੀਦਾ। ਐਮਬੈਸੀ ਦੇ ਗਾਈਡਲਾਈਨ ਵਿੱਚ ਕਿਤੇ ਨਹੀਂ ਲਿਖਿਆ ਕਿ ਵਿਆਹ ਕਿੰਨਾ ਪੁਰਾਣਾ ਹੋਣਾ ਚਾਹੀਦਾ। ਦੇਖੋ ਕਾਰ ਬਸਤਾ ਹੈ ਨਹੀਂ ਕਿ ਮਾਡਲ ਚੈੱਕ ਕਰਕੇ ਹੀ ਮੁੱਲ ਪੈਣਾ। ਤੁਸੀਂ ਕੱਲ ਵਿਆਹ ਕਰਕੇ ਅੱਜ ਆਪਣੀ ਫਾਈਲ ਵੀ ਐਮਬੈਸੀ ਲਗਾ ਸਕਦੇ ਹੋ, ਬਸ਼ਰਤੇ ਜੇ ਤੁਹਾਡੇ ਕੋਲ ਪੂਰੇ ਪ੍ਰੂਫ ਹੈ। ਹੁਣ ਮੈਂ ਪ੍ਰੂਫ ਇੱਥੇ ਗਿਣਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਮੇਰੇ ਖਿਆਲ ਆਪਣਾ ਸ਼ੋਅ ਇੱਥੇ ਖਤਮ ਹੋ ਜਾਏਗਾ, ਲੰਬਾ ਹੈ। ਬਰੀਫਲੀ ਜੋ ਦੱਸਦਾ ਕਿ ਮੈਰਿਜ ਸਰਟੀਫਿਕੇਟ ਜਾਂ ਫੋਟੋਆਂ ਹੋਣ ਦੇ ਨਾਲ ਹੀ ਵਿਆਹ ਸਾਬਤ ਨਹੀਂ ਹੁੰਦਾ। ਤੁਸੀਂ ਐਡਰੈਸ ਪ੍ਰੂਫ ਦੇਣੇ ਨੇ ਆਪਣੀ ਵਾਈਫ ਦੇ ਕਿ ਮੇਰੇ ਨਾਲ ਰਹਿ ਰਹੀ ਹੈ, ਜਿਵੇਂ ਵੋਟਰ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ ਦੇ ਇੱਕ ਦੂਜੇ ਦੀ ਐਂਡੋਰਸਮੈਂਟ, ਤੁਹਾਡੇ ਮੀਆਂ ਬੀਬੀ ਦੇ ਬਿਫੋਰ ਮੈਰਿਜ ਜਾਂ ਆਫਟਰ ਮੈਰਿਜ ਜਿੰਨੇ ਵੀ ਤੁਹਾਡੇ ਤੁਸੀਂ ਕਿਤੇ ਇਕੱਠੇ ਮਿਲੇ ਸੀ ਉਹਦੀ ਫੋਟੋਗ੍ਰਾਫ ਬਿਫੋਰ ਮੈਰਿਜ ਦੀਆਂ, ਵਿਆਹ ਤੋਂ ਬਾਅਦ ਕਿਤੇ ਘੁੰਮਣ ਫਿਰਨ ਗਏ ਸੀ ਉਹਦੇ ਹੋਟਲ ਦੇ ਬਿੱਲ। ਸੋ ਮੈਕਸਿਮਮ ਉਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਸਾਬਤ ਕਰਨ ਕਿ ਮੁੰਡਾ ਕੁੜੀ, ਲੜਕਾ ਲੜਕੀ, ਹਸਬੈਂਡ ਵਾਈਫ ਇੱਕੋ ਛੱਤ ਥੱਲੇ ਰਹਿ ਰਹੇ ਆ। ਸੋ ਉਹ ਵਿਆਹ ਤੁਸੀਂ ਚਾਹੇ ਕੱਲ ਕੀਤਾ, ਚਾਹੇ ਪਿਛਲੇ ਮਹੀਨੇ ਕੀਤਾ, ਚਾਹੇ ਪਿਛਲੇ ਸਾਲ ਕੀਤਾ, ਵੀਜ਼ਾ